ਪ੍ਰਗਟ ਸਿੰਘ ਤੋਂ ਲੋਕ ਕੀ ਆਸ ਰੱਖਣ? ਪਬਲਿਕ ਨੂੰ ਸ਼ਰਾਬ ਸਸਤੀ ਮਿਲਣ ਲੱਗ ਗਈ ਹੈ। ਬਿਲਕੁਲ, ਤੁਸੀਂ ਕਿਤੇ ਦੇਖ ਚੈੱਕ ਤਾਂ ਕਰ ਲਿਓ ਸਰ ਮੈਂ ਖੁਦ ਪਰਚੇਜ਼ ਕੀਤੀ ਹੈ। ਕਿਤੇ ਕਿਚਨ ਦੇ ਵਿੱਚ ਬਹੁਤ ਚੀਜ਼ਾਂ ਦੀ ਰਿਕੁਆਇਰਮੈਂਟ ਹੈਗੀ ਹੈ। ਠੀਕ ਹੈ, ਮੈਨੂੰ 3 ਮਹੀਨੇ ਦਾ ਹੀ ਸਮਾਂ ਮਿਲਿਆ, ਫਿਰ ਕਿਤੇ ਚਾਂਸ ਮਿਲੂਗਾ, ਫਿਰ ਮੈਂ ਐਜੂਕੇਸ਼ਨ ਮਹਿਕਮਾ ਲਵਾਂਗਾ। ਬੜੀ ਦਲੇਰੀ ਵਾਲੀ ਗੱਲ ਕਹਿ ਰਹੇ ਹੋ। ਕਿਸੇ ਸੜਕ ਦੇ ਉੱਤੇ ਬਾਹਰ ਹਾਂ, ਕੋਈ ਗੱਲ ਨਹੀਂ। ਡੰਡੇ ਲਾਠੀਆਂ ਚੱਲੀਆਂ, ਗੁਆਂਢੀਆਂ ਨੇ ਵੀ ਕਿਹਾ। ਤੁਸੀਂ ਹਾਕੀ ਦੀ ਗੱਲ ਕੀਤੀ, IPS ਸੰਧੂ ਨੇ ਬਹੁਤ ਤੁਹਾਡੇ ਖਿਲਾਫ ਲਿਖਿਆ, ਫੇਸਬੁੱਕ ਤੇ ਵੀ ਲਿਖਿਆ। ਉਹਨਾਂ ਨੇ ਕਿਹਾ ਵੀ ਨਿਤਿਨ ਗੋਲੀ ਨੂੰ ਤੇ ਇਹ ਆਪਸ ਵਿੱਚ ਹੀ ਪੋਸਟਾਂ ਨੂੰ ਪਲੱਸ ਮਾਈਨਸ ਕਰਦੇ ਰਹੇ, ਇੱਕ ਪ੍ਰਧਾਨ ਇੱਕ ਸੈਕਟਰੀ ਹੁੰਦਾ ਰਿਹਾ, ਹੋਰ ਬੜਾ ਕੁਝ ਉਹਨਾਂ ਨੇ ਕਿਹਾ। ਤੁਸੀਂ ਕਦੀ ਵੀ ਇਸ ਤੇ ਕਮੈਂਟ ਨਹੀਂ ਕੀਤਾ। ਵੋਟਿੰਗ ਤੁਹਾਡੀ ਪਰਸੈਂਟੇਜ ਜਿਹੜੀ ਹੈ ਉਹ ਇਸ ਵੇਲੇ ਸਭ ਨਾਲੋਂ ਨੀਚੇ ਚੱਲ ਰਹੀ ਹੈ। ਜੋ ਕਿੰਨੇ ਮਾਰਜਨ ਤੋਂ ਸ਼ਾਇਦ 6528 ਵੋਟਾਂ ਨਾਲ ਜਿੱਤੇ ਸੀ ਤੁਸੀਂ? ਮੈਂ 6000 ਵੋਟਾਂ ਨਾਲ ਜਿੱਤੇ ਸੀਗੇ। ਬਹੁਤ ਨੀਚੇ ਆ ਗਿਆ ਅਚਾਨਕ ਹੀ ਉਹ ਚੀਜ਼। ਚੱਲ ਰਿਹਾ ਸੀ ਸਮਾਰਟ ਸਿਟੀ ਦਾ। ਤੁਹਾਡੇ ਖਾਸ ਦੋਸਤ ਮੀਡੀਆ 'ਚ ਅਖਬਾਰਾਂ ਆਵਾਜ਼ ਸੀ ਕਰਨੇਸ਼ ਸ਼ਰਮਾ, ਉਹ CEO ਸੀਗੇ ਇਹਦੇ, ਕੋਈ ਐਕਸ਼ਨ ਨਹੀਂ ਹੋਇਆ ਉਹਨਾਂ ਦੇ ਉੱਤੇ। ਅੱਜ ਆਮ ਆਦਮੀ ਪਾਰਟੀ ਦੇ MLA ਤੇ ਮੈਂ ਇਲਜ਼ਾਮ ਲਾ ਰਿਹਾ, ਉਹ ਵੀ ਕੁਝ ਨਹੀਂ ਕਰਦੇ ਪਏ। ਖੁਦ ਮੰਨਦਾ ਵੀ ਕਰਪਟ ਸਿਸਟਮ ਹੈ। ਇਹ ਗੱਲ ਤੁਸੀਂ 15 ਸਾਲ ਤੋਂ ਕਹਿ ਰਹੇ ਹੋ ਕਰਪਟ ਸਿਸਟਮ ਹੈ, ਔਰ ਤੁਸੀਂ ਇਸ ਪਿਛਲੇ 11-12 ਸਾਲਾਂ ਤੋਂ MLA ਵੀ ਹੈਗਾ, 10.5 ਸਾਲ ਤੋਂ ਹੈਗੇ ਹੋ, ਪਰ ਤੁਸੀਂ ਤਾਂ ਕਿਸੇ ਨੂੰ ਫੜ ਕੇ ਅੰਦਰ ਨਹੀਂ ਦੇਣ ਦੀ ਕੋਸ਼ਿਸ਼ ਕੀਤੀ। ਤੁਸੀਂ ਇਹ ਕਹਿਣਾ ਚਾਹੁੰਦੇ ਕਿ ਤੁਸੀਂ ਆਮ ਆਦਮੀ ਪਾਰਟੀ ਨਾਲ ਨਹੀਂ ਜਾ ਰਹੇ? ਨਹੀਂ, ਬਿਲਕੁਲ ਹੀ ਨਹੀਂ ਯਾਰ। ਆਮ ਆਦਮੀ ਪਾਰਟੀ ਦਾ ਤੇ ਜਲੂਸ ਨਿਕਲਿਆ ਪਿਆ। 30% ਸਾਡਾ ਮੀਡੀਆ ਵੀ ਅੱਜ ਦੀ ਤਰੀਕ ਦੇ ਵਿੱਚ ਆਮ ਆਦਮੀ ਪਾਰਟੀ ਕੋਲ ਉਹਦਾ ਨਾ ਗਠਬੰਧਨ। ਮੈਂ ਤੁਹਾਡੇ CM ਰਹੇ ਨੇ ਚੰਨੀ ਸਾਹਿਬ, ਤੁਹਾਡੀ ਟੀਮ ਦੇ ਕਪਤਾਨ ਰਹੇ, ਤੁਸੀਂ ਉਹਨਾਂ ਦੇ ਹੇਠ ਵੀ ਕੰਮ ਕੀਤਾ। ਛੱਲਾ ਮੁੜ ਕੇ ਨਹੀਂ ਆਇਆ, ਛੱਲਾ ਮੁੜ ਕੇ ਕਿਉਂ ਨਹੀਂ ਆ ਰਿਹਾ? ਗੱਲ ਇੱਥੇ ਤੁਸੀਂ ਇਹ ਦੱਸੋ, ਕਾਂਗਰਸ ਰਾਜ ਵਿੱਚ ਇੰਨਾ ਕੁਝ ਹੋ ਰਿਹਾ, IPS IAS ਅਫਸਰਾਂ ਨੂੰ, ਮੰਤਰੀਆਂ ਨੂੰ ਭ੍ਰਸ਼ਟਾਚਾਰ ਹੋਇਆ ਕਿ ਨਹੀਂ ਹੋਇਆ? ਖਰਚੇ ਹੋ ਰਹੇ ਨੇ, IAS IPS ਅਫਸਰ ਫੜੇ ਜਾ ਰਹੇ ਨੇ, ਆਸ਼ੂ ਜੀ ਨੂੰ ਗ੍ਰਿਫਤਾਰ ਕੀਤਾ, ਧਰਮਸੋਤ ਜੀ ਜ਼ਮਾਨਤ ਤੇ ਬਾਹਰ ਆਏ ਨੇ, ਜਾਂ ਹੋਰ ਜਿਹੜੇ ਹੁਣ ਹੋਰ ਲੋਕਾਂ ਨੂੰ ਪਕੜਨ ਦੀ ਕੋਸ਼ਿਸ਼ ਕਰ ਰਹੇ ਨੇ। ਤੁਸੀਂ ਆਪਣੀ ਟੀਮ ਨੂੰ ਕੁਝ ਕਹਿਣਾ ਚਾਹੋਗੇ ਵੀ ਕਾਂਗਰਸ 'ਚ ਕੀ ਹੋ ਗਿਆ? ਹੋ ਜਾਂਦੀ ਹੈ। ਮੈਂ ਯਾਰ ਗੱਲ ਸੁਣੋ, ਮੇਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਹੀਂ ਬਣਦੀ ਸੀ, ਮੈਂ ਉਹਦਾ ਦੁਸ਼ਮਣ ਹੋ ਗਿਆ। ਅਸੀਂ ਮੀਡੀਆ ਨੂੰ ਮੈਨੇਜ ਬਹੁਤ ਜ਼ਬਰਦਸਤ ਤਰੀਕੇ ਨਾਲ ਕਰਦੇ ਆ। ਇਲੈਕਸ਼ਨ 'ਚ ਫੋਨ ਤੇ ਬੁਲਾ ਕੇ ਪ੍ਰੈਸ ਕਾਨਫਰੰਸ ਕੀਤੀ, ਟੋਟਲ ਮੀਡੀਆ ਨੂੰ ਨਹੀਂ ਬੁਲਾਇਆ ਗਿਆ। ਲੋਕਲ ਚੈਨਲ ਨੂੰ ਤੁਸੀਂ ਆਪਣੀ ਗੱਲ ਨਹੀਂ ਕਹੀ ਜਾ ਕੇ, ਇਦਾਂ ਦੇ ਕੁਝ ਐਲੀਗੇਸ਼ਨ ਵੀ ਲੱਗੇ। ਕੀ ਹੋ ਜਾਂਦੀ ਹੈ ਜੇ ਤੁਹਾਡੀ ਸਲਾਹ ਮੰਨ ਲੈਂਦੇ ਹੋ? ਯਾਰ ਦੋਸਤੀ ਕੋਈ ਦੁਸ਼ਮਣ, ਫਿਰ ਪਾਰਟੀ ਵੀ ਰਲ ਜਾਂਦੀ ਹੈ। ਇਦਾਂ ਨਹੀਂ ਹੁੰਦਾ, ਇਦਾਂ ਹੀ ਹੁੰਦਾ। ਨਾਮ ਹੈ ਮਾਨਯਵਰ ਸੰਦੀਪ, ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਦਾ ਪੋਲ TV। ਇਸ ਇੰਟਰਵਿਊ ਨੂੰ ਜੋ ਮੈਂ ਹੁਣ ਬਹੁਤ ਜਲਦੀ ਬ੍ਰੌਡਕਾਸਟ ਕਰਾਂਗਾ, ਪੂਰੇ ਪੰਜਾਬ 'ਚ ਚੱਲੇਗੀ। 8 ਮਹੀਨੇ ਵੇਟ ਕੀਤੀ ਹੈ। ਇਹ ਜਿਹੜੀ ਸ਼ਖਸੀਅਤ ਹੈਗੀ ਹੈ, ਇਹਨਾਂ ਦਾ ਬਖਾਨ ਮੈਂ ਇੱਥੋਂ ਸ਼ੁਰੂ ਕਰਦਾ ਕਿ ਦੇਸ਼ ਦਾ ਨਾਮ ਬਹੁਤ ਰੋਸ਼ਨ ਕੀਤਾ ਇਹਨਾਂ ਨੇ। ਪਦਮ ਸ਼੍ਰੀ ਨੇ, ਇੰਡੀਆ ਦੀ ਹਾਕੀ ਦੀ ਕਪਤਾਨੀ ਕੀਤੀ ਹੈ ਤੇ ਚੰਗਾ ਨਾਮ ਖੱਟਿਆ, ਆਪਣੇ ਇਲਾਕੇ ਦਾ ਨਾਮ ਵੀ ਰੋਸ਼ਨ ਕੀਤਾ ਹੈ। ਕਾਫੀ ਸਮੇਂ ਤੋਂ ਪੋਲਿਟਿਕਸ ਵਿੱਚ ਨੇ। ਪੋਲਿਟਿਕਸ ਆ ਕੇ ਤੁਹਾਨੂੰ ਪਤਾ ਹੈ, ਚੰਗੇ ਤੋਂ ਚੰਗਾ ਬੰਦਾ ਵੀ ਮਾੜਾ ਹੋ ਜਾਂਦਾ ਤੇ ਮਾੜੇ ਤੋਂ ਮਾੜਾ ਬੰਦਾ ਵੀ ਚੰਗਾ ਹੋ ਜਾਂਦਾ। ਵਿਵਾਦ ਨਹੀਂ ਪਿੱਛਾ ਛੱਡਦੇ। ਕੀ ਕਹਿ ਰਹੇ ਸਰ ਮੈਂ? ਠੀਕ ਕਹਿ ਰਹੇ ਹੁਣ? ਨਹੀਂ, ਪੋਲਿਟਿਕਸ ਜਿਹੜੀ ਹੈ, ਸਿਆਸਤ ਜਿਹੜੀ ਹੈ, ਮਾੜੇ ਨੂੰ ਚੰਗਾ ਕਰ ਦਿੰਦੀ, ਕਿਸੇ ਚੰਗੇ ਬੰਦੇ ਨੂੰ ਮਾੜਾ ਵੀ ਕਰ ਦਿੰਦੀ, ਕਿਉਂਕਿ ਬੜੇ ਲੋਕਾਂ ਦੇ ਵਿਚਾਰ ਆ ਰਹੇ ਨੇ ਨਾਲ। ਬਹੁਤ ਬਹੁਤ ਸਵਾਗਤ ਹੈ ਸਾਡੇ ਸ਼ੋਅ 'ਚ ਤੁਹਾਡਾ। ਥੈਂਕ ਯੂ। ਪ੍ਰਗਟ ਜੀ, ਇੰਨੇ ਸਾਲ ਤੋਂ ਤੁਸੀਂ ਰਾਜਨੀਤੀ ਵਿੱਚ ਹੈਗੇ ਹੋ। ਨਵਜੋਤ ਸਿੰਘ ਸਿੱਧੂ ਨਾਲ ਤੁਹਾਡਾ ਬਹੁਤ ਨੇੜਤਾ ਰਹੀ ਹੈ। ਇੱਕ ਆਵਾਜ਼ੇ ਪੰਜਾਬ ਬਣਾਇਆ ਸੀ, ਇਕੱਠੇ ਹੋਏ ਸੀ, ਫਿਰ ਕਾਂਗਰਸ ਵਿੱਚ ਵਿਲय ਹੋ ਗਿਆ, ਕਾਫੀ ਸਾਨੇ ਇੱਧਰ ਆ ਗਏ। ਪਰ ਜਦੋਂ ਸਿੱਧੂ ਨੇ ਅਸਤੀਫਾ ਦਿੱਤਾ, ਰਜ਼ੀਆ ਸੁਲਤਾਨਾ ਨੇ ਨਾਲ ਹੀ ਅਸਤੀਫਾ ਦੇ ਦਿੱਤਾ, ਤੁਸੀਂ ਅਸਤੀਫਾ ਨਹੀਂ ਦਿੱਤਾ। ਕੀ ਮੌਕਾ ਸੀ, ਕੀ ਮਾਹੌਲ ਸੀ ਵੀ ਸਿੱਧੂ ਨੂੰ ਸਪੋਰਟ ਨਹੀਂ ਮਿਲੀ? ਇੱਦਾਂ ਪਬਲਿਕ ਸੋਚਦੀ ਹੈ। ਇਹੋ ਜਿਹੀ ਗੱਲ ਨਹੀਂ ਹੈ। ਐਕਚੁਅਲੀ ਦੇਖੋ, ਕਈ ਚੀਜ਼ਾਂ, ਕਈ ਬੰਦੇ ਕਈ ਤਰ੍ਹਾਂ ਸੋਚਦੇ ਆ। ਸਿੱਧੂ ਮੇਰਾ ਚੰਗਾ ਦੋਸਤ ਸੀ, ਹੈਗਾ, ਪਰ ਕਈ ਚੀਜ਼ਾਂ ਹਮੇਸ਼ਾ ਇੱਕ ਪੋਜ਼ਿਟਿਵ ਕੰਮ ਕਰਨ ਲਈ ਹੁੰਦੀਆਂ ਨੇ। ਸੋ ਕਿਤੇ ਡਿਫਰੈਂਸ ਆਫ ਓਪੀਨੀਅਨ ਹੋਣਾ ਕੋਈ ਮਾੜੀ ਗੱਲ ਨਹੀਂ ਹੈ, ਲੇਕਿਨ ਕੀ ਹੁੰਦਾ, ਕਈ ਵਾਰੀ ਨਾ ਜਲੂਸ ਕੱਢਣ ਵਾਲੇ ਬਹੁਤ ਹੁੰਦੇ ਆ ਤੇ ਉਹਨੂੰ ਸਮੇਟਣ ਵਾਲੇ ਬੜੇ ਘੱਟ ਹੁੰਦੇ ਆ। ਮੈਂ ਜਲੂਸ ਨਾ ਸਮੇਟਣ ਵਾਲਿਆਂ ਚੋਂ ਆ, ਮੈਂ ਪੰਜਾਬ ਦਾ ਜਲੂਸ ਕੱਢਣ ਵਾਲਿਆਂ ਚੋਂ ਨਹੀਂ ਹੈਗਾ। ਪਰ ਕਿਉਂਕਿ ਮੈਂ ਹਮੇਸ਼ਾ ਇੱਕ ਪੋਜ਼ਿਟਿਵ ਰਾਜਨੀਤੀ ਕੀਤੀ ਹੈ, ਇੱਦਾਂ ਹੀ ਸੋਚਦਾ ਆ, ਤੇ ਉਹਦੇ ਲਈ ਮੈਨੂੰ ਜਿੱਥੇ ਵੀ ਖੜਾ ਹੋਣਾ ਪਵੇ ਮੈਂ ਖੜਾ। ਪਰ ਤੁਹਾਨੂੰ ਲੱਗਦਾ ਨਹੀਂ ਕਾਂਗਰਸ ਦਾ ਜਲੂਸ ਤਾਂ ਨਿਕਲ ਗਿਆ? ਦੇਖੋ, ਪੰਜਾਬੀਆਂ ਦੀ ਫਿਤਰਤ ਹੈ, ਇਹ ਪੰਜਾਬੀਆਂ ਦੀ ਸੁਭਾਅ ਦਾ ਹਿੱਸਾ ਆ। ਇਹਨੂੰ ਸੰਭਾਲਣ ਲਈ ਸਾਨੂੰ ਬਹੁਤ ਜ਼ਿਆਦਾ ਸੁਹਿਰਦ ਹੋਣ ਦੀ ਜ਼ਰੂਰਤ ਹੈਗੀ ਹੈ ਜੀ। ਮੈਂ ਇਕੱਲੀ ਕਾਂਗਰਸ ਦੀ ਗੱਲ ਨਹੀਂ ਕਰਦਾ, ਕ੍ਰਾਸ ਦਾ ਪਾਰਟੀ ਲਾਈਨ। ਤੁਹਾਨੂੰ ਲੱਗਦਾ ਵੀ ਇਹ ਸਰਕਾਰ ਬਹੁਤ ਚੰਗੀ ਚੱਲਦੀ ਹੈ? ਇਹਦੇ ਬਾਰੇ ਆਪਾਂ ਇਹਦੇ ਅੱਗੇ ਗੱਲ ਕਰਾਂਗੇ, ਆਪਾਂ ਇਹਦੇ ਬਾਰੇ ਵੀ ਆਪਾਂ ਗੱਲ ਕਰਨੀ ਹੈ। ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਆ, ਕਿਉਂਕਿ ਪੰਜਾਬੀਆਂ ਨੂੰ ਪ੍ਰੋਬਲਮ ਕਿੱਥੇ ਆ, ਪੰਜਾਬੀ ਦਾ ਬਹੁਤ ਵੋਕਲ ਆ।
ਉਹਦੇ ਕਈ ਫਾਇਦੇ ਹੁੰਦੇ ਆ, ਕਈ ਨੁਕਸਾਨ। ਫਾਇਦੇ ਇਹ ਹੁੰਦੇ ਆ ਵੀ ਹਾਂ ਵੀ ਹਰ ਚੀਜ਼ ਜਿਹੜੀ ਆ ਲੋਕਾਂ ਦੇ ਸਾਹਮਣੇ ਆ। ਨੁਕਸਾਨ ਇਹ ਹੁੰਦੇ ਆ ਵੀ ਕਈ ਵਾਰੀ ਉਹਨੂੰ ਲੋਕੀ ਇੰਨਾ ਕੁ ਫਲੇਅਰ ਅਪ ਕਰ ਦਿੰਦੇ ਆ ਕਿ ਉਹਦੇ ਵਿੱਚੋਂ ਕੁਝ ਸਮੇਟਣ ਵਾਲੀ ਗੱਲ ਹੌਲੀ ਹੌਲੀ ਨਹੀਂ ਲੱਗਦੀ। ਸੋ ਮੈਨੂੰ ਲੱਗਦਾ ਹੌਲੀ ਹੌਲੀ ਇਹ ਗੱਲਾਂ ਸਮਝ ਆ ਜਾਣਗੀਆਂ ਸਾਰੇ ਲੀਡਰਾਂ ਨੂੰ ਤੇ ਇਹਦੀ ਕਰੈਕਸ਼ਨ ਜਿਹੜੀ ਉਹ ਹੋ ਜਾਊਗੀ। ਜਿਨ੍ਹਾਂ ਦਿਨਾਂ ਦੇ ਵਿੱਚ ਸਿੱਧੂ ਸਾਹਿਬ ਬਹੁਤ ਪ੍ਰੋਟੈਸਟ ਕਰ ਰਹੇ ਸੀਗੇ, ਔਰ ਤੁਸੀਂ ਦੇਖੋ ਸਰਕਾਰ ਵੀ ਤੁਹਾਡੀ ਸੀ, ਸਿੱਧੂ ਸਾਹਿਬ ਕਹਿ ਰਹੇ ਸੀ ਸਾਨੂੰ ਪਾਵਰ 'ਚ ਆਉਣ ਦਿਓ ਤਾਂ ਫਿਰ ਦੱਸਾਂਗੇ। ਮਜੀਠੀਆ ਨਾਲ ਉਹਨਾਂ ਦੀ ਇੱਕ ਕੋਲਡ ਵਾਰ ਚੱਲਦੀ ਪਈ ਸੀ। ਇੱਕ ਰੈਲੀ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਮਰਨ ਤੇ ਪਈ ਹੋਈ ਹੈ, ਗਾਲ ਵਾਲਾ ਸ਼ਬਦ ਵੀ ਕੱਢਿਆ ਗਿਆ। ਤੁਹਾਨੂੰ ਲੱਗਦਾ ਇਹ ਰਾਜਨੀਤੀ 'ਚ ਠੀਕ ਸੀ? ਤੁਸੀਂ ਵੀ ਨਾਲ ਸੀ ਉਹਨਾਂ ਦੇ? ਕੋਈ ਇਹੋ ਜਿਹੀ ਗੱਲ ਨਹੀਂ ਹੈ, ਮੈਨੂੰ ਤਾਂ ਨਹੀਂ ਪਤਾ ਵੀ ਕਿਹੜੇ ਵੇਲੇ ਇਹ ਗੱਲ ਨਹੀਂ ਹੈ। ਇਹ ਗੱਲਾਂ ਔਨ ਰਿਕਾਰਡ ਹੈਗੀਆਂ, ਮੀਡੀਆ ਦੇ ਵਿੱਚ ਹੈਗੀਆਂ। ਹੋ ਸਕਦਾ ਹੋਣਗੀਆਂ, ਪਰ ਮੈਂ ਮੁਤਫਿਕ ਨਹੀਂ ਹੁੰਦਾ ਇਹਨਾਂ ਗੱਲਾਂ। ਮੈਂ ਇਹਨਾਂ ਗੱਲਾਂ ਨਾਲ ਸਹਿਮਤ ਨਹੀਂ ਹੁੰਦਾ। ਸਿੱਖਿਆ ਵਿਭਾਗ ਤੁਹਾਨੂੰ ਮਿਲਿਆ ਸੀ, ਕੋਈ ਰੰਜ ਹੈਗਾ, ਦੁੱਖ ਹੈਗਾ ਵੀ ਇਹ ਵਿਭਾਗ ਮੈਨੂੰ ਮਿਲਿਆ? ਕਿਉਂਕਿ ਜਿੰਨੇ ਪ੍ਰੋਟੈਸਟ ਹੋ ਗਏ। ਮੈਂ ਕਹਿ ਕੇ ਲਿਆ ਸੀ ਕੀ ਮੈਂ ਸਿੱਖਿਆ ਵਿਭਾਗ ਕਹਿ ਕੇ ਲਿਆ ਸੀ ਕਹਿ ਕੇ ਲਿਆ? ਦੁਨੀਆ ਦੇ ਉੱਤੇ ਡਿਵੈਲਪਮੈਂਟ ਜਿਹੜੀ ਆ ਉਹ ਪੁਲਾਂ ਨਾਲ ਤੇ ਸੜਕਾਂ ਨਾਲ ਨਹੀਂ ਹੁੰਦੀ। ਜਿਹੜੀ ਨਵੀਂ ਜਨਰੇਸ਼ਨ ਆ ਉਹਨੂੰ ਸਮੇਂ ਦਾ ਹਾਣੀ ਬਣਾ ਕੇ ਅਸੀਂ ਉਹਨੂੰ ਦੇਸ਼ ਨੂੰ ਸੂਬੇ ਨੂੰ ਅੱਗੇ ਵਧਾ ਸਕਦੇ। ਐਜੂਕੇਸ਼ਨ ਦੇ ਵਿੱਚ ਬਹੁਤ ਚੀਜ਼ਾਂ ਦੀ ਰਿਕੁਆਇਰਮੈਂਟ ਹੈਗੀ ਹੈ। ਠੀਕ ਆ, ਮੈਨੂੰ 3 ਮਹੀਨੇ ਦਾ ਹੀ ਸਮਾਂ ਮਿਲਿਆ, ਫਿਰ ਕਿਤੇ ਚਾਂਸ ਮਿਲੂਗਾ ਫਿਰ ਮੈਂ ਐਜੂਕੇਸ਼ਨ ਮਹਿਕਮਾ ਲਵਾਂਗਾ। ਬੜੀ ਦਲੇਰੀ ਵਾਲੀ ਗੱਲ ਕਹਿ ਰਹੇ ਹੋ। ਇਸੇ ਸੜਕ ਦੇ ਉੱਤੇ ਬਾਹਰ ਹਾਂ ਕੋਈ ਗੱਲ ਨਹੀਂ, ਡੰਡੇ ਲਾਠੀਆਂ ਚੱਲੀਆਂ, ਗੁਆਂਢੀਆਂ ਨੇ ਵੀ ਕਿਹਾ, ਲੋਕਾਂ ਨੇ ਬੜਾ ਕੁਝ ਕਿਹਾ। ਨਹੀਂ ਮੇਰਾ ਵੋਟਾਂ ਦਾ ਵੀ ਬਹੁਤ ਨੁਕਸਾਨ ਹੋਇਆ, ਇਹ ਕੋਈ ਦੋਰਾਵਾ ਨਹੀਂ। ਪਰ ਜੇ ਐਜੂਕੇਸ਼ਨ ਸਿਸਟਮ ਨੂੰ ਅਸੀਂ ਠੀਕ ਨਾ ਕੀਤਾ, ਆਉਣ ਵਾਲਾ ਸਮਾਂ ਸਾਡੇ ਪੰਜਾਬ ਲਈ, ਹਿੰਦੁਸਤਾਨ ਲਈ ਬਹੁਤਾ ਚੰਗਾ ਨਹੀਂ ਹੋਊਗਾ। ਸਾਨੂੰ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਦੀ ਜ਼ਰੂਰਤ ਹੈ, ਕਿਉਂਕਿ ਜਿਹੜੀ ਸਾਡੀ ਅੱਜ ਦੀ ਪੜ੍ਹਾਈ ਹੈਗੀ ਹੈ ਉਹ ਆਊਟਡੇਟਡ ਸਿਸਟਮ ਦੇ ਵਿੱਚ ਵੀ, ਸਪੈਸ਼ਲੀ ਹਾਇਰ ਐਜੂਕੇਸ਼ਨ ਦੇ ਵਿੱਚ। ਔਰ ਸਾਡੇ ਬੱਚੇ ਜਿਹੜੇ ਆ ਫਿਜ਼ੀਕਲ ਐਂਗਲ ਤੋਂ ਵੀ, ਮਾਨਸਿਕ ਐਂਗਲ ਤੋਂ ਵੀ ਕਈ ਚੀਜ਼ਾਂ ਤਾਂ ਅਸੀਂ ਚੰਗੇ ਹੋ ਰਹੇ ਹਾਂ, ਕਈਆਂ ਚੀਜ਼ਾਂ ਤਾਂ ਅਸੀਂ ਮਾੜੇ। ਤੁਸੀਂ ਇੱਕ ਨਵਾਂ ਟੌਪਿਕ ਸ਼ੁਰੂ ਕਰਤਾ। ਮੈਂ ਖੁਦ ਐਜੂਕੇਸ਼ਨ ਨੂੰ ਬੀਟ ਤੇ ਕੰਮ ਕਰਦਾ ਬਹੁਤ ਜ਼ਿਆਦਾ, ਤੇ ਤੁਸੀਂ ਗੱਲ ਕੀਤੀ ਤੇ ਮੇਰਾ ਇੰਟਰਸਟ ਬਹੁਤ ਜ਼ਿਆਦਾ ਹੈ। ਤੁਸੀਂ ਕਹਿ ਕੇ ਡਿਪਾਰਟਮੈਂਟ ਲਿਆ, 3 ਮਹੀਨੇ 'ਚ ਕੋਈ ਐਸਾ ਕਦਮ ਚੱਕਿਆ ਗਿਆ ਜਿਹਦਾ ਸਿਸਟਮ ਚੇਂਜ ਹੋਣ ਦੀ ਆਸ ਬੱਝੀ ਹੋਵੇ? ਹਾਂ ਡੈਫੀਨੇਟਲੀ, ਕਿਉਂਕਿ 20,149 ਟੀਚਰਾਂ ਦੀ ਭਰਤੀ ਕਲੀਅਰ ਕਰਵਾਈ। ਉਹਦੀ ਫਾਈਨੈਂਸ ਤੋਂ ਤੇ ਕੈਬਨਿਟ ਤੋਂ ਸਾਰਿਆਂ ਤੋਂ ਅਪਰੂਵਲ ਕਰਾਈ। ਉਹਦੇ ਵਿੱਚ 2000 ਫਿਜ਼ੀਕਲ ਐਜੂਕੇਸ਼ਨ ਟੀਚਰ ਜਿਹੜੇ ਪੀਟੀਆਈ, ਜਿਹੜੇ ਪ੍ਰਾਇਮਰੀ ਸਕੂਲਾਂ ਲਈ, ਕਿਉਂਕਿ ਪ੍ਰਾਇਮਰੀ ਸਕੂਲਾਂ 'ਚ ਜਿੰਨਾ ਚਿਰ, ਕਿਉਂਕਿ ਬੱਚਾ ਜਿਹੜਾ ਆ ਉਹਦੇ ਤੇ ਪਹਿਲੇ 8 ਸਾਲਾਂ 'ਚ ਕੰਮ ਕਰਨ ਦੀ ਜ਼ਰੂਰਤ ਹੈਗੀ। ਜਦੋਂ ਪਹਿਲੇ 8 ਸਾਲਾਂ 'ਚ ਕੰਮ ਕਰਾਂਗੇ ਉਹਦੀਆਂ ਫਿਜ਼ੀਕਲ ਤੇ ਮੈਂਟਲ ਕਰੈਕਸ਼ਨਸ ਹੁੰਦੀਆਂ ਨੇ। ਉਹ 2000 ਟੀਚਰ ਇਸ ਕਰਕੇ ਸੈਂਕਸ਼ਨ ਕਰਵਾਇਆ ਸੀ ਕਿ ਤਾਂ ਕਿ ਉਹ ਅਸਲੀ ਗੱਲ ਹੈ, ਅੱਜ ਫਿਜ਼ੀਕਲ ਟ੍ਰੇਨਰ ਸਭ ਤੋਂ ਵਧੀਆ ਕਿੱਥੇ ਦੇ ਆ ਦੁਨੀਆ ਦੇ, ਉਹ ਹੈਗੇ ਸਾਊਥ ਅਫਰੀਕਾ ਦੇ। ਉਹਨਾਂ ਨਾਲ ਮੈਂ ਟਾਈ ਅਪ ਵੀ ਕਰ ਲਿਆ ਸੀ ਵੀ 100 ਦਾ ਬੈਚ ਜਿਹੜਾ ਆ, ਜੋ ਉਹਨਾਂ ਦੀ ਬੇਸਿਕ ਪੜ੍ਹਾਈ ਹੋਊਗੀ ਉਹ ਤਾਂ ਹੋਊਗੀ, ਲੇਕਿਨ ਉਹਨਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਉਹਨਾਂ ਨੂੰ 100 ਦੇ ਬੈਚ ਦੇ ਵਿੱਚ ਉਹਨਾਂ ਨੂੰ ਟ੍ਰੇਨਡ ਕਰਕੇ ਇੱਕ ਟੀਚਰ ਨੂੰ 3 ਸਕੂਲਾਂ ਦਾ ਜ਼ਿੰਮਾ ਮਿਲਣਾ ਸੀਗਾ ਵੀ ਤਾਂ ਕਿ ਉਹ ਨੇੜੇ ਦੇ ਇੱਕ ਦਿਨ ਇੱਕ ਸਕੂਲ 'ਚ ਜਾਊ, ਦੂਸਰੇ ਦਿਨ ਦੂਸਰੇ ਸਕੂਲ 'ਚ ਜਾਊ, ਤਾਂ ਕਿ ਉਹਦੇ ਨਾਲ 6000 ਪ੍ਰਾਇਮਰੀ ਜਿਹੜਾ ਸਕੂਲ ਹੈ ਉਹ ਕਵਰ ਹੋ ਜਾਊਗਾ। ਉਹਦੇ ਨਾਲ ਸਾਡੇ ਜਿਹੜੇ ਫਿਜ਼ੀਕਲ ਬੱਚਿਆਂ ਦੇ ਫਿਜ਼ੀਕਲ, ਇਹ ਇੱਕ ਲੌਂਗ ਟਰਮ ਦੀ ਕੰਮ ਹੈਗੇ ਆ। 3 ਮਹੀਨੇ 'ਚ ਨਹੀਂ ਹੋ ਸਕਦੇ। 3 ਮਹੀਨੇ 'ਚ ਨਹੀਂ ਹੋ ਸਕਦੇ, ਵੈਸੇ 10, 12, 15 ਸਾਲਾਂ 'ਚ, ਕਿਉਂਕਿ ਬੱਚੇ ਨੇ ਹਰ ਉਸ ਸਟੇਜ 'ਚੋਂ ਲੰਘਣਾ ਹੁੰਦਾ। ਅੱਛਾ, ਸਿਮਿਲਰਲੀ ਸਪੋਰਟਸ ਹੈ, ਕਿਉਂਕਿ ਸਪੋਰਟਸ ਜਿਹੜੇ ਅੱਜ ਬੱਚਿਆਂ ਦੀ ਪਰਫਾਰਮੈਂਸ ਆ ਰਹੀ ਆ ਹਾਕੀ ਵਾਲਿਆਂ ਦੀ, ਇਹ ਅੱਜ ਦੀ ਗੱਲ ਨਹੀਂ ਹੈ। ਅੱਜ ਤਾਂ ਅਸੀਂ ਜੋ ਮਰਜ਼ੀ ਕ੍ਰੈਡਿਟ ਲਈ ਜਾਵੇ, ਪਰ 2005 ਦੇ ਵਿੱਚ ਜਦੋਂ ਮੈਂ ਡਾਇਰੈਕਟਰ ਸਪੋਰਟਸ ਬਣਿਆ ਸੀ, ਇਹ ਉਦੋਂ ਦਾ ਲੌਟ ਹੈਗਾ ਆ। ਹੁਣ ਜਾ ਕੇ ਕਿਉਂਕਿ 12-15 ਸਾਲਾਂ ਬਾਅਦ ਇਹਨਾਂ ਦਾ ਜਿਹੜਾ ਰਿਜ਼ਲਟ ਹੈ ਉਹ ਆਉਣ ਲੱਗਾ। ਤੁਸੀਂ ਹਾਕੀ ਦੀ ਗੱਲ ਕੀਤੀ, IPS ਸੰਧੂ ਨੇ ਬਹੁਤ ਤੁਹਾਡੇ ਖਿਲਾਫ ਲਿਖਿਆ, ਫੇਸਬੁੱਕ ਤੇ ਵੀ ਲਿਖਿਆ। ਉਹਨਾਂ ਨੇ ਕਿਹਾ ਵੀ ਨਿਤਿਨ ਕੋਹਲੀ ਨੂੰ ਤੇ ਇਹ ਆਪਸ ਵਿੱਚ ਹੀ ਪੋਸਟਾਂ ਨੂੰ ਪਲੱਸ ਮਾਈਨਸ ਕਰਦੇ ਰਹੇ, ਇੱਕ ਪ੍ਰਧਾਨ ਇੱਕ ਸੈਕਟਰੀ ਹੁੰਦਾ ਰਿਹਾ, ਹੋਰ ਬੜਾ ਕੁਝ ਉਹਨਾਂ ਨੇ ਕਿਹਾ। ਤੁਸੀਂ ਕਦੀ ਵੀ ਇਸ ਤੇ ਕਮੈਂਟ ਨਹੀਂ ਕੀਤਾ। ਮੇਰਾ ਲੈਵਲ ਹੀ ਹੈ ਨਹੀਂ ਹੋਇਆ, ਮੈਂ ਕਮੈਂਟ ਹੁਣ ਵੀ ਨਹੀਂ ਕਰਨਾ ਚਾਹੁੰਦਾ। ਨਹੀਂ, ਪਰ ਚਲੋ ਉਹਨਾਂ ਨੇ ਇੱਕ ਗੱਲ ਕਹੀ, ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ? ਬਿਲਕੁਲ ਕੁਝ ਨਹੀਂ। ਰਾਜਨੀਤੀ ਦੀ ਗੱਲ ਕਰੀਏ ਤਾਂ ਵੋਟਿੰਗ ਤੁਹਾਡੀ ਪਰਸੈਂਟੇਜ ਜਿਹੜੀ ਹੈ ਉਹ ਇਸ ਵੇਲੇ ਸਭ ਨਾਲੋਂ ਨੀਚੇ ਚੱਲ ਰਹੀ ਹੈ। ਜੋ ਕਿੰਨੇ ਮਾਰਜਨ ਤੋਂ, ਸ਼ਾਇਦ 65-28 ਵੋਟਾਂ ਨਾਲ ਜਿੱਤੇ ਸੀ ਤੁਸੀਂ? ਮੈਂ 6000 ਵੋਟਾਂ ਨਾਲ ਜਿੱਤੇ ਸੀਗੇ। ਬਹੁਤ ਨੀਚੇ ਆ ਗਿਆ ਅਚਾਨਕ ਹੀ ਉਹ ਚੀਜ਼। ਕੀ ਮੰਨਦੇ ਹੋ ਇਹ ਚੀਜ਼ਾਂ ਨੂੰ, ਕਿਉਂ ਇਦਾਂ ਹੋ ਗਿਆ? ਇਹ ਹਮੇਸ਼ਾ ਚੇਂਜ ਹੁੰਦੀ ਹੈ, ਕਿਉਂਕਿ ਸਾਡੇ ਜਿਹੜੇ ਕਈ ਇਹੋ ਜਿਹੇ ਮਹਾਰਥੀ ਸੀਗੇ ਉਹ 60-60 ਤੇ ਵੀ ਹਰੇ ਆ ਕਿ ਨਹੀਂ ਹਰੇ? ਹਰੇ। ਤੇ ਫਿਰ ਕਿਉਂਕਿ ਲੋਕਾਂ ਦਾ ਇੱਕ ਬਦਲਾਅ ਦਾ
ਉਹਨਾਂ ਦਾ ਨਜ਼ਰੀਆ ਸੀ ਕਿ ਅਸੀਂ ਇਸ ਵਾਰੀ ਚਾਹੇ ਜੋ ਮਰਜ਼ੀ ਹੋ ਜਾਵੇ ਬਦਲਾਅ ਲੈ ਕੇ। ਪੰਜਾਬੀ ਐਬਰਪਟਲੀ ਕੰਮ ਕਰਦਾ, ਪੰਜਾਬੀ ਬਹੁਤ ਐਗਰੈਸਿਵਲੀ ਕੰਮ ਕਰਦਾ, ਤੇ 3 ਮਹੀਨਿਆਂ ਦੇ ਵਿੱਚ ਉਹਨਾਂ ਨੇ ਜਿਹੜਾ ਬਦਲਾਅ ਲਿਆਂਦਾ ਸੀ ਉਹਦਾ ਹੀ ਫਿਰ ਪੱਟੀ ਪੇ ਪੋਚ ਦਿੱਤੀ। 3 ਮਹੀਨਿਆਂ ਬਾਅਦ ਸੰਗਰੂਰ ਵਾਲੀ ਇਲੈਕਸ਼ਨ ਆ ਗਈ, ਬਾਈ ਇਲੈਕਸ਼ਨ, ਤੇ ਉਹਦੇ ਵਿੱਚ ਜਿੱਥੇ ਉਹ ਲਗਭਗ 4.5 ਲੱਖ ਤੋਂ ਵੱਧ ਵੋਟਾਂ ਨਾਲ 9 ਕੌਂਸਟੀਚੁਐਂਸੀਆਂ ਦੇ ਵਿੱਚ ਜਿੱਤੇ ਸੀ, ਤੇ ਫਿਰ ਉਹ ਹਾਰ ਗਿਆ। ਕਿਉਂਕਿ ਪੰਜਾਬੀ ਜਿਹੜਾ ਥਾਟ ਪ੍ਰੋਸੈਸ ਹੈ ਨਾ, ਇਹ ਇੱਕ ਡਿਫਰੈਂਟ ਲੈਵਲ ਦਾ, ਇਹ ਆਮ ਥਾਟ ਪ੍ਰੋਸੈਸ ਨਹੀਂ ਹੈ। ਰੋਹਨ ਸਹਿਗਲ ਦਾ ਮੁੱਦਾ ਬੜਾ ਛਾਇਆ ਹੈ। ਰੋਹਨ ਸਹਿਗਲ ਜੀ ਨੇ LED ਘੁਟਾਲੇ ਨੂੰ ਰੋਕਿਆ। ਤੁਹਾਡੇ ਬਹੁਤ ਰਾਈਟ ਹੈਂਡ ਰਹੇ ਨੇ, ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ, ਉਹਨਾਂ ਨੇ ਰੋਕਿਆ ਇਸ ਚੀਜ਼ ਨੂੰ ਵੀ LED ਦਾ ਘੁਟਾਲਾ ਹੋਇਆ, ਰੋਕਿਆ। ਉਸ ਤੋਂ ਬਾਵਜੂਦ ਫਿਰ ਇੱਕ LED ਘੁਟਾਲਾ ਹੋਇਆ। ਤੁਹਾਡੇ ਇਲਾਕੇ ਦੇ ਕਾਉਂਸਲਰ ਰਹੇ ਨੇ, ਹੈਗੇ ਨੇ, ਕਿੱਦਾਂ ਦੇਖਦੇ ਹੋ ਕਿ ਚੀਜ਼ ਰੋਕਣ ਆਏ, ਇੱਕ ਬੰਦਾ ਰੋਕ ਰਿਹਾ, ਅਖਬਾਰਾਂ ਦੇ ਵਿੱਚ ਉਹਨਾਂ ਦੀ ਗੱਡੀਆਂ ਵੀ ਰੋਕੀਆਂ, ਝਗੜਾ ਵੀ ਹੋਇਆ, ਫਿਰ LED ਘੁਟਾਲੇ ਦੀ ਆਵਾਜ਼ ਆ ਗਈ, ਕਿੱਦਾਂ ਵੇਖਦੇ ਹੋ? ਇਹ ਦੇਖੋ, ਐਕਚੁਅਲੀ ਇੱਕ ਨਾ ਸਾਡੇ ਨਾਲ ਕਹਿ ਬੜਾ ਕੁਛ ਦਿੰਦੇ ਆ। ਮੈਂ ਕਮਿਸ਼ਨਰ ਨੂੰ ਇਸ ਨੂੰ 10 ਵਾਰੀ ਮਿਲ ਲਿਆ, ਪ੍ਰੈਸ ਵਾਲੇ ਬਹੁਤ ਕਹਿੰਦੇ ਆ ਜੀ ਦੇਖੋ ਜੀ ਉਹਦੇ ਸਮਾਰਟ ਸਿਟੀ 'ਚ ਘੁਟਾਲਾ ਹੋ ਗਿਆ, ਵੀ ਘੁਟਾਲਾ ਹੋ ਗਿਆ ਜਿਹਦੇ ਤੇ ਪਰਚਾ ਦੇਣਾ ਦਿਓ, ਕੌਣ ਰੋਕਦਾ? ਕੋਈ ਰੋਕਦਾ ਨਹੀਂ। ਪਰ ਜਦੋਂ ਕੰਮ ਚੱਲ ਰਿਹਾ ਸੀ ਸਮਾਰਟ ਸਿਟੀ ਦਾ, ਤੁਹਾਡੇ ਖਾਸ ਦੋਸਤ ਮੀਡੀਆ 'ਚ, ਅਖਬਾਰਾਂ 'ਚ ਆਵਾਜ਼ ਸੀ ਕਰਨੇਸ਼ ਸ਼ਰਮਾ, ਉਹ CEO ਸੀਗੇ ਇਹਦੇ, ਕੋਈ ਐਕਸ਼ਨ ਨਹੀਂ ਹੋਇਆ ਉਹਨਾਂ ਦੇ ਉੱਤੇ। ਅੱਜ ਆਮ ਆਦਮੀ ਪਾਰਟੀ ਦੇ MLA ਤੇ ਮੈਂ ਇਲਜ਼ਾਮ ਲਾ ਰਿਹਾ, ਉਹ ਵੀ ਕੁਝ ਨਹੀਂ ਕਰਦੇ ਪਏ। ਯਾਰ ਦੇਖੋ, ਅਫਸਰ ਕਿਸੇ ਦੇ ਦੋਸਤ ਨਹੀਂ ਹੁੰਦੇ। ਤੁਹਾਨੂੰ ਲੱਗਦਾ ਕਿ ਕਿਸੇ ਦੇ ਦੋਸਤ ਨਹੀਂ? ਕਰਨੇਸ਼ ਸ਼ਰਮਾ ਤੁਹਾਡੇ ਬਹੁਤ ਕਲੋਜ਼ ਨਹੀਂ? ਯਾਰ ਦੇਖੋ, ਸਭ ਜਿਹੜੀ ਜਦੋਂ ਵਰਕਿੰਗ ਰਿਲੇਸ਼ਨ ਹੁੰਦੇ ਆ, ਵਰਕਿੰਗ ਰਿਲੇਸ਼ਨ ਤੁਹਾਡੇ ਨਹੀਂ ਹੁੰਦੇ ਕਿਸੇ ਨਾਲ। ਤੁਸੀਂ ਪੱਤਰਕਾਰ ਹੋ, ਤੁਸੀਂ ਡੈਮੋਕ੍ਰੇਸੀ ਦਾ ਚੌਥਾ ਥੰਮ ਹੋ, ਤੁਹਾਡੇ ਨਹੀਂ ਕਿਸੇ ਨਾਲ ਵਰਕਿੰਗ ਰਿਲੇਸ਼ਨ ਹੁੰਦੇ? ਬਹੁਤ ਹੁੰਦੇ ਆ। ਠੀਕ ਹੈ ਨਾ, ਪਰ ਵਰਕਿੰਗ ਰਿਲੇਸ਼ਨ ਦੇ ਵਿੱਚ ਤੁਸੀਂ ਕਿਸੇ ਨੂੰ ਇਹ ਇਜਾਜ਼ਤ ਦਿੰਦੇ ਆ ਵੀ ਕੋਈ ਕਰਪਸ਼ਨ ਕਰੇ? ਨਹੀਂ, ਪਰ ਕਰਨੇਸ਼ ਸ਼ਰਮਾ ਦਾ ਐਲੀਗੇਸ਼ਨ ਬੜੇ ਜ਼ਿਆਦਾ ਲੱਗੇ ਸੀ। ਅੱਜ ਮੈਂ ਆਮ ਆਦਮੀ ਪਾਰਟੀ ਦੇ MLA ਨੂੰ ਇਹ ਗੱਲ ਕਹਿ ਰਿਹਾ ਕਿ ਤੁਸੀਂ ਉਹਨਾਂ ਦੇ ਖਿਲਾਫ ਕਿਉਂ ਨਹੀਂ ਐਕਸ਼ਨ ਲੈ ਰਹੇ? ਮੈਂ ਕਹਿਣ ਡਿਆ, ਦੇਖੋ ਮੈਂ ਤਾਂ ਕਮਿਸ਼ਨਰ ਨੂੰ ਕਿਹਾ, ਮੈਂ ਕਮਿਸ਼ਨਰ ਨੂੰ 2 ਵਾਰੀ ਜਾ ਕੇ ਕਿਹਾ, ਮੈਂ ਕਿਹਾ ਤੁਸੀਂ ਰੌਲਾ ਪਾਈ ਜਾਂਦੇ ਆ ਵੀ ਇਹਦੇ 'ਚ ਘੁਟਾਲਾ ਹੋ ਗਿਆ ਜੀ, ਸਮਾਰਟ ਸਿਟੀ 'ਚ ਘੁਟਾਲਾ ਹੋ ਗਿਆ। ਯਾਰ ਦਿਓ ਜਿਹਨੂੰ ਅੰਦਰ ਫੜ ਕੇ ਦੇਣਾ, ਕੌਣ ਰੋਕਦਾ ਕੋਈ ਇਹਨਾਂ ਨੂੰ? ਐਕਚੁਅਲੀ ਸਾਡੇ ਨਾ ਬੇਸਿਕਲੀ ਬਹੁਤ ਜ਼ਿਆਦਾ ਵੋਕਲ ਹੋ ਕੇ ਵੀ ਉਹ ਇੱਦਾਂ ਹੋ ਗਿਆ ਜੀ, ਕੋਈ ਫਾਈਲ ਦੇਖਦਾ ਹੀ ਨਹੀਂ ਹੈ। ਫਾਈਲ ਤੇ ਪੜ੍ਹ ਲਓ, ਗਰਾਊਂਡ ਲੈਵਲ ਤੇ ਅਸੈਸ ਕਰ ਲਓ। ਕਰਪਟ ਸਿਸਟਮ ਆ, ਮੈਂ ਖੁਦ ਮੰਨਦਾ ਵੀ ਕਰਪਟ ਸਿਸਟਮ ਹੈ। ਇਹ ਗੱਲ ਤੁਸੀਂ 15 ਸਾਲ ਤੋਂ ਕਹਿ ਰਹੇ ਹੋ ਕਰਪਟ ਸਿਸਟਮ ਹੈ, ਪਰ ਤੁਸੀਂ ਇਸ ਪਿਛਲੇ 11-12 ਸਾਲਾਂ ਤੋਂ MLA ਵੀ ਹੈਗਾ, 10.5 ਸਾਲ ਤੋਂ ਹੈਗੇ ਹੋ, ਪਰ ਤੁਸੀਂ ਤਾਂ ਕਿਸੇ ਨੂੰ ਫੜ ਕੇ ਅੰਦਰ ਨਹੀਂ ਦੇਣ ਦੀ ਕੋਸ਼ਿਸ਼ ਕੀਤੀ। ਨਹੀਂ, ਮੈਂ ਤੁਹਾਡੀ ਪਹਿਲੀਆਂ ਸਪੀਚ ਦੀ ਗੱਲ ਕਰ ਰਿਹਾ ਜਿਹੜੀ ਤੁਸੀਂ ਮਹੱਲਿਆਂ ਜਾ ਕੇ ਦਿੱਤੀ ਸੀਗੀ। ਇੱਕ ਗੱਲ ਸੁਣੋ, ਕੈਪਟਨ ਅਮਰਿੰਦਰ ਸਿੰਘ ਨਾਲ ਕੌਣ ਲੜਿਆ? ਸੁਖਬੀਰ ਸਿੰਘ ਬਾਦਲ ਨਾਲ ਕੌਣ ਲੜਿਆ? ਤੁਸੀਂ ਲੜੇ। ਕਿਸੇ 'ਚ ਹੈਗੀ ਜ਼ਰੂਰਤ? ਪ੍ਰੈਜ਼ੀਡੈਂਟ CM ਨਾਲ ਬਾਅਦ 'ਚ ਤਾਂ ਲੋਕੀ ਬਹੁਤ ਗੱਲਾਂ ਕਰਦੇ ਆ ਪੰਜਾਬ 'ਚ ਨਾ ਸਾਰੇ। ਮੈਂ ਕਈ ਵਾਰੀ ਵਿਸ਼ੇ ਵੀ ਪਏ ਦੇਖੇ ਆ ਬੰਦੇ, ਠੀਕ ਹੈ ਨਾ, ਤੇ ਕਿਸੇ ਨਾਲ ਇਹਨਾਂ ਦੀ ਜ਼ਰੂਰਤ ਸੀ ਕਿਸੇ ਨਾਲ ਲੜਨ ਦੀ? ਤੁਸੀਂ ਦੱਸ ਦਿਓ ਕੋਈ ਪਿਛਲੇ 10 ਸਾਲਾਂ 'ਚ ਕੋਈ ਪ੍ਰੈਜ਼ੀਡੈਂਟ CM ਨਾਲ ਲੜਿਆ ਹੋਵੇ? ਤੁਸੀਂ ਲੜੇ ਹੈਗੇ ਆ, ਤਾਂ ਫਿਰ ਹੋਰ ਕਿੱਦਾਂ ਲੜੀਦਾ ਹੁੰਦਾ? ਕਿਉਂਕਿ ਅਲਟੀਮੇਟਲੀ ਜਿਹੜੀ ਜਿੱਥੇ ਪਾਵਰ ਹੁੰਦੀ ਹੈ, ਜਿੱਥੇ ਬੈਸਟ ਹੁੰਦੀ ਹੈ, ਉੱਥੇ ਹੀ ਜਾ ਕੇ ਤੁਸੀਂ ਕਨਵੇ ਕਰ ਸਕਦੇ ਆ। ਪਹਿਲਾਂ ਤੁਸੀਂ ਪੋਲਾਈਟਲੀ ਕਹਿ ਸਕਦੇ ਆ, ਫਿਰ ਤੁਸੀਂ ਥੋੜ੍ਹਾ ਬਹੁਤਾ ਪਬਲਿਕਲੀ ਕਹਿ ਸਕਦੇ ਆ, ਫਿਰ ਤੁਸੀਂ ਪਰਸਨਲੀ ਜਾ ਕੇ ਚਿੱਠੀ ਲਿਖ ਕੇ ਕਹਿ ਸਕਦੇ ਆ। ਮੈਂ ਤਾਂ ਡਾਕੂਮੈਂਟਰੀ ਲੜਿਆ, ਮੈਂ ਤਾਂ ਚਿੱਠੀਆਂ ਲਿਖ ਕੇ ਲੜਿਆ ਵੀ ਆਹ ਚੱਕੋ ਜੀ, ਨਹੀਂ ਤਾਂ ਬੰਦੇ ਮੁੱਕਰ ਜਾਂਦੇ ਆ ਨਾ ਸਟੇਟਮੈਂਟ ਦੇ ਕੇ। ਮੈਂ ਤਾਂ ਨਹੀਂ ਮੁੱਕਰਿਆ ਕਦੀ। ਤੁਸੀਂ ਮੇਰੀ ਰੋਹਨ ਸਹਿਗਲ ਵਾਲੀ ਗੱਲ ਟਾਲ ਗਏ ਹੋ। ਉਹ ਅੱਜ ਆਮ ਆਦਮੀ ਪਾਰਟੀ ਚਲੇ ਗਏ ਨੇ, ਤੁਹਾਡੇ ਖਿਲਾਫ ਛੋਟੀ ਜਿਹੀ ਇੱਕ ਸਟੇਟਮੈਂਟ ਵੀ ਕੱਲ੍ਹ ਦਿੱਤੀ ਉਹਨੇ, ਤੁਹਾਨੂੰ ਕ੍ਰੈਡਿਟ ਲੈਣ ਦੀ ਹੋਰ ਰਹਿੰਦੀ ਸੀ। ਕੀ ਮੈਂ ਮੰਨਾਂ ਕਿ ਗੁਰੂ ਨੇ ਚੇਲੇ ਨੂੰ ਭੇਜ ਦਿੱਤਾ ਹੈ ਤੇ ਗੁਰੂ ਪਿੱਛੇ ਜਾਏਗਾ? ਇਹੋ ਜਿਹੀਆਂ ਗੱਲਾਂ ਤੁਸੀਂ ਕਰਦੇ? ਮੈਂ ਤੁਹਾਨੂੰ ਰਾਜਨੀਤਿਕ ਸਿਆਸਤ ਦੀ ਗੱਲ ਕਰ ਰਿਹਾ। ਮੈਂ ਨਾ ਬੇਸਿਕਲੀ ਮੈਂ ਕਿਸੇ ਲੌਜਿਕ ਤੇ ਲੜਦਾ, ਮੈਂ ਇਹਨਾਂ ਚੀਜ਼ਾਂ ਨੂੰ ਕਦੀ ਨਹੀਂ। ਕੀ ਇਦਾਂ ਹੋਏਗਾ ਕਿ ਤੁਸੀਂ ਆਮ ਆਦਮੀ ਪਾਰਟੀ ਹੋਵੋਗੇ? ਕਦੀ ਵੀ ਤੁਹਾਨੂੰ ਲੱਗਦਾ ਹੈ? ਤੁਸੀਂ ਦੱਸੋਗੇ। ਸੰਭਾਵਨਾ, ਰਾਜਨੀਤਿਕ ਸੰਭਾਵਨਾ ਦਾ ਖੇਡ ਹੈਗਾ ਵਾ। ਛੱਡੀ ਦੀ ਗੱਲ ਐ ਵੀ ਤੁਸੀਂ ਨਹੀਂ, ਰਾਜਨੀਤਿਕ ਸੰਭਾਵਨਾ ਦਾ ਖੇਡ ਆ। ਮੂੰਹ ਚ ਪਾਉਣ ਦੀ ਕੋਸ਼ਿਸ਼ ਕਰਦੇ। ਨਹੀਂ, ਮੈਂ ਤੁਹਾਡੇ ਮੂੰਹ ਚ ਨਹੀਂ ਪਾ ਰਿਹਾ। ਮੈਂ ਇਹਨਾਂ ਦੀ ਇਸ ਗੱਲ ਨਾਲ ਬਿਲਕੁਲ ਸਹਿਮਤੀ ਨਹੀਂ ਹੈਗਾ। ਮੈਂ ਸਹਿਮਤੀ ਨਹੀਂ। ਮਤਲਬ ਮੈਂ ਇਹ ਮੰਨ ਕੇ ਚੱਲਾਂ, ਤੁਸੀਂ ਇਹ ਕਹਿਣਾ ਚਾਹੁੰਦੇ ਕਿ ਤੁਸੀਂ ਆਮ ਆਦਮੀ ਪਾਰਟੀ ਨਾਲ ਨਹੀਂ ਜਾ ਰਹੇ? ਨਹੀਂ, ਬਿਲਕੁਲ ਹੀ ਨਹੀਂ ਯਾਰ। ਆਮ ਆਦਮੀ ਪਾਰਟੀ ਦਾ ਤਾਂ ਜਲੂਸ ਨਿਕਲਿਆ ਪਿਆ। ਆਮ ਆਦਮੀ ਪਾਰਟੀ ਤੁਹਾਨੂੰ ਲੱਗਦਾ ਪੰਜਾਬ ਦੀ ਕੋਈ ਬਿਹਤਰੀ ਲਈ ਕੰਮ ਕਰਦੀ? ਮੈਂ ਵੈਸੇ ਆਮ ਆਦਮੀ ਪਾਰਟੀ ਦਾ ਐਜ਼ ਏ ਪੱਤਰਕਾਰ ਮੈਂ ਇੱਕ ਪਲੇਟਫਾਰਮ ਦੇ ਵਿੱਚ ਨਿਊਟਰਲ ਹੈਗਾ ਵਾਂ ਸਾਰੀਆਂ ਨੇਤਾਵਾਂ ਵਾਸਤੇ। ਚਲੋ ਮੈਂ ਤੁਹਾਨੂੰ ਕੁਝ ਚੀਜ਼ਾਂ ਗਿਣਾਉਣਾ ਹੈਗਾ ਵਾਂ, ਤੁਸੀਂ ਉਹਦਾ ਨਾਲ ਦੀ ਨਾਲ ਜਵਾਬ ਦੇ ਦਿਓ। ਤੁਸੀਂ ਸ਼ਰਾਬ ਦਾ ਵਿਰੋਧ ਕੀਤਾ ਸੀ, ਪਰ ਬੋਤਲ ਪੈਸੇ ਜਾਂਦੇ ਆ। ABP ਤੇ ਤੁਹਾਡੀ ਇੰਟਰਵਿਊ ਹੈਗੀ ਅੱਜ ਵੀ, ਤੁਸੀਂ ਇਹ ਲੌਜੀਕਲੀ ਗੱਲ ਕੀਤੀ ਸੀ ਵੀ ਪਰ ਬੋਤਲ ਪੈਸੇ ਜਾ ਰਹੇ ਆ, ਠੀਕ ਹੈ ਜੀ।
ਉਹਨਾਂ ਨੇ ਸ਼ਰਾਬ ਸਸਤੀ ਕੀਤੀ ਹੈ। ਇਹ ਤੁਹਾਡਾ ਹੀ ਸਵਾਲ ਸੀਗਾ, ਉਹਨਾਂ ਨੇ ਆਪਣੇ ਲੈਵਲ ਤੇ ਕੀਤਾ ਪਰ ਤੁਹਾਨੂੰ ਇੱਕ ਘੁੰਮ ਕੇ ਜਵਾਬ ਮਿਲਿਆ। ਆਪਾਂ ਮੈਂ ਤੁਹਾਨੂੰ ਹੋਰ ਦੱਸ ਦਿੰਦਾ, ਤੁਹਾਨੂੰ ਇਹ ਪਤਾ ਕਿ ਸੁਪਰ L1 2% ਤੇ ਇੱਥੇ ਹੁੰਦਾ ਸੀਗਾ ਤੇ ਹੁਣ 12% ਤੇ ਹੋ ਗਿਆ। ਦਿੱਲੀ ਦੇ ਪਬਲਿਕ ਨੂੰ ਸ਼ਰਾਬ ਸਸਤੀ ਮਿਲੀ ਹੈ, ਪਬਲਿਕ ਨੂੰ ਸ਼ਰਾਬ ਸਸਤੀ ਮਿਲਣ ਲੱਗ ਗਈ ਹੈ। ਬਿਲਕੁਲ, ਤੁਸੀਂ ਕਿਤੇ ਦੇਖ ਚੈੱਕ ਤਾਂ ਕਰ ਲਿਓ ਸਰ, ਮੈਂ ਖੁਦ ਪਰਚੇਜ਼ ਕੀਤੀ ਹੈ ਕਿਤੇ, ਕਿਉਂਕਿ ਦੇਖੋ ਹਜੇ ਤੱਕ ਤਾਂ ਉਹਨਾਂ ਨੇ ਰੇਟ ਵੀ ਨਹੀਂ ਤੈਅ ਕੀਤੇ। ਨਹੀਂ, ਰੇਟ ਤੈਅ ਸਰ, ਠੇਕੇ ਤੇ ਸ਼ਰਾਬ ਸਸਤੀ ਹੈ। ਦਿੱਲੀ ਦੀ ਪਾਲਿਸੀ ਸੀ ਨਾ, ਇਹ ਦਿੱਲੀ ਦੀ ਪਾਲਿਸੀ ਸੀ। ਤੁਸੀਂ ਦੱਸੋ ਮੈਨੂੰ, ਮੈਂ ਰਿਕਾਰਡ ਕਰ ਰਿਹਾ। ਦਿੱਲੀ ਦੀ ਪਾਲਿਸੀ ਤੇ ਇਹਨਾਂ ਨੇ ਵਿਡਰਾਅ ਕਾਹਤੇ ਕਰ ਲਈ? ਪਹਿਲਾਂ ਸੁਪਰ L1, ਇਹਦਾ ਮਤਲਬ ਠੱਗੀ ਮਾਰੀ ਆ। ਉਹੀ ਦਿੱਲੀ ਵਾਲੇ 70% ਇੱਥੇ ਵੀ ਆ, ਉਹੀ ਆ ਨਾ। ਤੁਸੀਂ ਦੱਸੋ, ਮੈਂ ਪੱਤਰਕਾਰ ਜ਼ਰੂਰ ਆ। ਤੁਸੀਂ ਕਹਿ ਰਹੇ ਹੋ ਕਿ ਚਲੋ ਇਹਨਾਂ ਦਾ ਕਹਿਣਾ ਇਹ ਹੈ ਕਿ 70% ਠੇਕੇਦਾਰ ਉੱਥੇ ਦੇ ਇੱਥੇ ਆ ਗਏ, ਪਰ ਜਿਹੜੀ ਸੁਪਰ L1 ਹੈ ਨਾ, ਇੱਥੇ ਪੰਜਾਬ 'ਚ 4% ਸੀ। ਤੁਸੀਂ ਚੈੱਕ ਕਰ ਲਿਓ ਆਪਣਾ ਰਿਕਾਰਡ, 10% ਆ। ਦਿੱਲੀ 'ਚ 2% ਦੀ, 12% ਆ। ਐਕਚੁਅਲੀ ਦੇਖੋ, ਕਈ ਚੀਜ਼ਾਂ ਨੂੰ ਨਾ ਇਹ ਲੋਕੀ ਸਿਰਫ ਤੇ ਸਿਰਫ, ਦੇਖੋ ਸੌਰੀ ਟੂ ਸੇ, 80% ਸਾਡਾ ਮੀਡੀਆ ਵੀ ਅੱਜ ਦੀ ਤਰੀਕ ਦੇ ਵਿੱਚ ਆਮ ਆਦਮੀ ਪਾਰਟੀ ਕੋਲ ਉਹਦਾ ਨਾ ਗਠਬੰਧਨ। ਮੈਂ ਤੁਹਾਡੀ ਐਕਸੈਪਟ ਕਰਦਾ ਇਸ ਗੱਲ ਨੂੰ। ਤੁਸੀਂ ਜੋ ਗੱਲ ਕਹਿ ਰਹੇ ਹੋ, ਮੈਂ ਔਨ ਰਿਕਾਰਡ ਐਕਸੈਪਟ ਕਰ ਰਿਹਾ। ਮੈਂ ਔਨ ਰਿਕਾਰਡ ਹੀ ਕਹਿ ਰਿਹਾ। ਹਾਂਜੀ, ਮੈਂ ਵੀ ਐਕਸੈਪਟ ਕਰ ਰਿਹਾ। ਮੈਂ ਤੁਸੀਂ ਜਿਹੜੀ ਗੱਲ ਕੀ ਮੈਨੂੰ ਵੀ ਸਵਾਲ ਤੁਸੀਂ ਕਰ ਲਿਆ ਕਿ ਮੈਂ ਇਹ ਐਕਸੈਪਟ ਕਰ ਰਿਹਾ ਕਿ ਤੁਸੀਂ ਜੋ ਕਹਿ ਰਹੇ ਹੋ ਠੀਕ ਹੈਗਾ। ਚਲੋ, ਉਹਨਾਂ ਨੇ ਸ਼ਰਾਬ ਸਸਤੀ ਕੀਤੀ। ਡੈਮੋਕ੍ਰੇਸੀ ਦਾ ਚੌਥਾ ਥੰਮ, ਦੇਖੋ ਅਲਟੀਮੇਟਲੀ ਡੈਮੋਕ੍ਰੇਸੀ ਦਾ ਚੌਥਾ ਥੰਮ ਸਭ ਤੋਂ ਇੰਪੋਰਟੈਂਟ ਹੈ, ਕਿਉਂਕਿ ਤਿੰਨਾਂ 'ਚ ਕਮੀਆਂ ਪੇਸ਼ੀਆਂ ਆ ਸਕਦੀਆਂ, ਉਹ ਤਿੰਨਾਂ ਦੀਆਂ ਕਮੀਆਂ ਪੇਸ਼ੀਆਂ ਚੌਥੇ ਥੰਮ ਨੇ ਪਬਲਿਕ ਦੇ ਵਿੱਚ ਉਜਾਗਰ ਕਰਨੀਆਂ। ਬਹੁਤ ਜਲਦੀ ਆਮ ਆਦਮੀ ਪਾਰਟੀ ਨੇ ਰੈਗੂਲੇਸ਼ਨ ਦੀ ਪਾਲਿਸੀ ਦੇ ਦਿੱਤੀ ਹੈ। ਪਰਸੋਂ ਉਹਨਾਂ ਨੇ ਦੇ ਦਿੱਤਾ ਹੈ, ਤੁਹਾਨੂੰ ਆਫਿਸ ਆਉਣ ਦੀ ਲੋੜ ਨਹੀਂ, ਅਪਲਾਈ ਕਰੋ, 21 ਦਿਨ 'ਚ NOC ਲਓ, ਉਹਨਾਂ ਰਜਿਸਟਰੀਆਂ ਚੱਲ ਪੈਣਗੀਆਂ। ਅਜੇ ਸਰਕਾਰ ਕੋਲ 4.5 ਸਾਲ ਦਾ ਟਾਈਮ ਹੈਗਾ, 4.5 ਸਾਲ ਦਾ ਟਾਈਮ ਹੈ। ਬਿਜਲੀ ਵੱਲ ਉਹਨਾਂ ਨੇ ਧਿਆਨ ਦਿੱਤਾ ਹੈ, ਜਿਹੜਾ ਉਹਨਾਂ ਨੇ ਕਿਹਾ ਸੀਗਾ ਜ਼ੀਰੋ ਬਿੱਲ ਆਏਗਾ, ਜ਼ੀਰੋ ਬਿੱਲ ਨਹੀਂ ਆਇਆ। ਉਹ ਗਲਤ ਕਹਿ ਰਹੇ ਹੈਗੇ ਨੇ, ਮੈਂ ਉਹਨਾਂ ਨਾਲ ਸਹਿਮਤ ਨਹੀਂ। ਲੇਕਿਨ ਬਿਜਲੀ ਦੇ ਬਿੱਲਾਂ ਨੂੰ ਲਗਾਮ ਲੱਗੀ, ਉਹ ਥੋੜਾ ਜਿਹਾ ਨੀਚੇ ਆ ਗਏ ਨੇ ਆਲ ਓਵਰ ਪਾਲਿਸੀ ਦੇ ਅਕੋਰਡਿੰਗ। ਅੱਜ ਜਨਤਾ ਨੂੰ ਸਹੂਲਤ ਸ਼ਾਇਦ ਕਿਸੇ ਨੂੰ ਲੱਗਦਾ ਹੋਵੇ ਨਹੀਂ ਹੈ। ਐਕਚੁਅਲੀ ਦੇਖੋ, ਮੈਂ ਬਹੁਤ ਜ਼ਿਆਦਾ ਇਸ ਕਰਕੇ ਨਹੀਂ ਕਮੈਂਟ ਕਰ ਰਿਹਾ ਵੀ ਹਜੇ ਇਹਨਾਂ ਨੂੰ 5.5 ਪੌਣੇ 6 ਮਹੀਨੇ ਹੋਏ, ਐਸ 16 ਨੂੰ 6 ਮਹੀਨੇ ਹੋਏ ਜੀ, ਠੀਕ ਹੈ ਨਾ। ਮੈਂ ਇਹ ਚਾਹੁੰਦਾ ਹਾਂ ਵੀ ਇਹ ਕੰਮ ਵਧੀਆ ਕਰਨਾ। ਮੈਂ ਭਗਵੰਤ ਮਾਨ ਨੂੰ ਮੁੜ ਕੇ ਵੀ ਇਹ ਗੱਲ ਕਹੀ ਸੀ, ਆਈ ਵਾਂਟਡ, ਮੈਂ ਕਦੀ ਵੀ ਪਾਰਟੀ ਲੈਵਲ ਤੋਂ ਵੀ ਉੱਤੇ ਉੱਠ ਕੇ ਗੱਲ ਕਰਦਾ ਹੁੰਦਾ ਵੀ ਇਹ ਜ਼ਰੂਰੀ ਨਹੀਂ ਹੈ ਵੀ ਕਾਂਗਰਸੀ ਬਿਹਤਰ ਕੰਮ ਕਰ ਸਕਦੀ ਹੈ ਜਾਂ ਅਕਾਲੀ ਬਿਹਤਰ ਕੰਮ ਕਰ ਸਕਦੇ ਆ। ਹੁਣ ਤੁਸੀਂ ਸੱਤਾ 'ਚੋਂ, ਤੁਸੀਂ ਬਿਹਤਰ ਕੰਮ ਕਰੋ ਐਂਡ ਆਈ ਵਿਸ਼ ਕਿ ਇਹ ਬਿਹਤਰ ਕਰਨ, ਪਰ ਸਾਲ ਦੇ ਵਿੱਚ ਤੁਹਾਨੂੰ ਸਾਰਾ ਕੁਝ ਹੀ ਸਾਹਮਣੇ ਆ ਜਾਊਗਾ। ਤੁਹਾਨੂੰ ਲੱਗਦਾ ਹੈ ਸਰਕਾਰ ਠੀਕ ਕੰਮ ਨਹੀਂ ਕਰੇਗੀ? ਤੁਹਾਨੂੰ ਲੱਗਦਾ ਕਿ ਹਾਂ ਵੀ ਬਹੁਤ ਚੰਗਾ ਕੰਮ ਸਰਕਾਰ ਤੋਂ ਸਾਨੂੰ ਹਮੇਸ਼ਾ ਆਸ ਰਹੀ ਹੈ, ਸਾਨੂੰ ਤੁਹਾਡੇ ਤੋਂ ਵੀ ਆਸ ਹੈ। ਮੈਂ ਤਾਂ ਹੁਣ ਵੀ ਕਹਿੰਦਾ, ਮੈਂ ਤਾਂ ਆਪ ਆਸਮੰਦ ਹੈਗਾ, ਪਰ ਕਈ ਵਾਰੀ ਘਰ ਦੇ ਭਾਗ ਨਾਲ ਡੇਢੀ ਤੋਂ ਪਤਾ ਲੱਗ ਜਾਂਦੇ ਵੀ ਕਿਹੋ ਜਿਹੇ। ਤੁਹਾਡੇ ਸਾਹਮਣੇ ਡਿਊਟੀ ਠੀਕ ਨਹੀਂ ਹੈਗੀ ਤੁਹਾਨੂੰ, ਦੇਖੋ ਮੈਂ ਤਾਂ ਕਹਿਣ ਡਿਆ ਵੀ ਨਹੀਂ, ਡਿਊਟੀ ਟੇਢੀ ਮੇਢੀ ਹੈ ਤੁਹਾਨੂੰ, ਮੈਂ ਡਿਊਟੀ ਟੇਢੀ ਮੇਢੀ ਹੈ, ਤੁਹਾਡੇ ਸਾਹਮਣੇ ਆ ਜਾਣਾ ਸਾਰਾ ਕੁਝ। ਕਿਉਂਕਿ ਜਿਹੜੇ ਕਲੇਮ ਹੈ ਨਾ ਅਖਬਾਰਾਂ 'ਚ ਜਦੋਂ ਖਬਰਾਂ ਦੇ ਰੂਪ ਦੇ ਵਿੱਚ ਇਸ਼ਤਿਹਾਰ ਦੇਣ ਲੱਗ ਪੈਣ, ਇਹਦਾ ਮਤਲਬ ਆ ਕਿ ਲੋਕਾਂ ਦੇ ਵਿੱਚ ਉਸ ਚੀਜ਼ ਦੀ ਕ੍ਰੈਡੀਬਿਲਿਟੀ, ਸਰਕਾਰਾਂ ਦੇ ਵਿੱਚ ਇਸ਼ਤਿਹਾਰ ਸਾਰੀਆਂ ਸਰਕਾਰਾਂ ਦਿੰਦੀਆਂ ਨਹੀਂ, ਤੁਹਾਡੇ ਟਾਈਮ ਤੇ ਵੀ ਸਰਕਾਰਾਂ ਖਬਰਾਂ ਦੇ ਰੂਪ ਦੇ ਵਿੱਚ ਇਸ਼ਤਿਹਾਰ ਨਹੀਂ ਦਿੰਦੇ ਸੀ। ਇਹ ਪਹਿਲੀ ਵਾਰੀ ਹੋਇਆ ਵੀ 6 ਮਹੀਨਿਆਂ 'ਚ ਖਬਰਾਂ ਦੇ ਰੂਪ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਮੀਡੀਆ ਨੂੰ ਯੂਜ਼ ਕਰ ਰਹੇ ਨੇ, ਖਬਰਾਂ ਲਗਵਾ ਰਹੇ ਨੇ ਆਪਣੇ ਹੱਥ। ਮੈਂ ਕਹਿੰਦਾ ਇਸ਼ਤਿਹਾਰ ਦਿੰਦੇ ਰਹੇ ਆ ਸਰਕਾਰਾਂ, ਜਿਹੜੀਆਂ ਵੀ ਹੁੰਦੀਆਂ ਦਿੰਦੀਆਂ ਰਹੀਆਂ, ਪਰ ਕਦੀ ਇੰਨਾ ਵੱਡਾ ਇਸ਼ਤਿਹਾਰ ਤੇ ਇੰਨੀ ਜਲਦੀ, ਇਹਦਾ ਮਤਲਬ ਸਾਖ ਬਹੁਤ ਜਲਦੀ ਡਿੱਗ ਰਹੀ ਆ। ਇਹਦਾ ਮਤਲਬ ਇਹ ਆ, ਇਹ ਮੰਨਣ ਚਾਹੇ ਨਾ ਮੰਨੋ, ਤੁਸੀਂ ਵੀ ਮੰਨੋ ਚਾਹੇ ਨਾ ਮੰਨੋ। ਨਹੀਂ, ਮੈਂ ਤੁਸੀਂ ਇੱਕ 80% ਮੀਡੀਆ ਗੱਲ ਕੀ, ਮੈਂ ਇਮੀਡੀਏਟ ਐਕਸੈਪਟ ਕੀਤਾ, ਰਿਐਕਟ ਕੀਤਾ। ਮੈਂ ਰਿਐਕਟ ਨਹੀਂ, ਐਕਸੈਪਟ ਕੀਤਾ, ਐਕਸੈਪਟ ਕੀਤਾ ਤੇ ਰਿਐਕਟ ਕੀਤਾ। ਨਹੀਂ, ਰਿਐਕਟ ਕੀਤਾ ਕਿ ਮੈਨੂੰ ਪਤਾ ਜੋ ਤੁਸੀਂ ਕਹਿ ਰਹੇ ਹੋ ਠੀਕ ਕਹਿ ਰਹੇ ਹੋ। ਠੀਕ ਹੈ। ਇੱਕ ਅੱਜ ਕੱਲ੍ਹ ਮਜੀਠੀਆ ਸਾਹਿਬ ਬਾਹਰ ਆਏ ਨੇ ਤੇ ਤੁਹਾਡੇ CM ਰਹੇ ਨੇ ਚੰਨੀ ਸਾਹਿਬ, ਤੁਹਾਡੀ ਟੀਮ ਦੇ ਕਪਤਾਨ ਰਹੇ, ਤੁਸੀਂ ਉਹਨਾਂ ਦੇ ਹੇਠ ਵੀ ਕੰਮ ਕੀਤਾ। ਛੱਲਾ ਮੁੜ ਕੇ ਨਹੀਂ ਆਇਆ, ਛੱਲਾ ਮੁੜ ਕੇ ਕਿਉਂ ਨਹੀਂ ਆ ਰਿਹਾ? ਨਹੀਂ, ਮੁੜ ਕੇ ਕਿਉਂ ਨਹੀਂ ਆ ਰਿਹਾ? ਵਿਦੇਸ਼ਾਂ ਤੁਹਾਡੇ CM ਰਹੇ ਨੇ, ਤੁਹਾਡੀ ਪਾਰਟੀ ਦਾ ਹਿੱਸਾ ਨੇ, ਵਿਦੇਸ਼ਾਂ 'ਚ ਕਿਉਂ ਬੈਠੇ ਨੇ? ਪਰ ਮੈਨੂੰ ਉਹਨਾਂ ਦੀ ਇਹ ਨਹੀਂ ਪਤਾ ਹੈਗਾ ਵੀ ਕਿਉਂ ਨਹੀਂ ਆ ਰਹੇ, ਕਿਉਂਕਿ ਪਿੱਛੇ ਜੇ ਤਾਂ ਮੈਂ ਸੁਣਿਆ ਸੀ ਕਿ ਉਹਨਾਂ ਦੀ ਅੱਖ ਦੀ ਕੋਈ ਪ੍ਰੋਬਲਮ ਹੈਗੀ ਆ, ਬਟ ਆਈ ਕਾਂਟ ਕਮੈਂਟ ਔਨ ਦੈਟ। ਹੋਣਾ ਚਾਹੀਦਾ, ਫੇਸ ਕਰਨਾ ਚਾਹੀਦਾ। ਕਾਂਗਰਸ ਦੇ ਆਸ਼ੂ ਜੀ ਨੂੰ ਅਰੈਸਟ ਕੀਤਾ ਹੁਣੇ, ਉਹਨਾਂ ਨੇ ਧਰਨੇ ਲੱਗੇ ਨੇ, ਤੁਸੀਂ ਉੱਥੇ ਸੀਗੇ? ਮੈਂ ਇੱਕ ਦਿਨ ਗਿਆ ਸੀ। ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਕਾਂਗਰਸ ਪਾਰਟੀ ਤੋਂ ਥੋੜਾ ਜਿਹਾ ਪਿੱਛੇ ਹਟ ਕੇ ਚੱਲ ਰਹੇ ਹੋ ਜਾਂ ਉਹਨਾਂ ਤੋਂ ਥੋੜਾ ਕੰਨੀ ਕੱਟ ਰਹੇ ਹੋ?
ਐਸੇ ਇਹੋ ਜਿਹੀਆਂ ਖਬਰਾਂ ਮਿਲ ਇਹੋ ਰਹੀਆਂ। ਜਿਹੀ ਗੱਲ ਨਹੀਂ। ਦੇਖੋ, ਮੈਂ ਜਿਹੜੇ ਸਾਡੇ ਵਰਿੰਦਰ ਸ਼ਰਮਾ ਜੀ ਆ, ਆਪਣੇ ਜਿਹੜੇ ਬਿਜ਼ਨਸ ਦੇ ਚੀਫ ਹੈ ਜੀ, ਉਹਨਾਂ ਨੂੰ ਮੈਂ ਇੱਕੋ ਹੀ ਗੱਲ ਕਹੀ ਸੀ ਵੀ ਜਿਹਨੂੰ ਤੁਸੀਂ ਸਜ਼ਾ ਦਵਾ ਸਕਦੇ ਹੋ ਉਹਦੇ ਤੇ ਪਰਚਾ ਦਰਜ। ਵਿਜੀਲੈਂਸ ਦਾ ਰਿਕਾਰਡ ਲੈਸ ਦੈਨ 1% ਕਨਵਿਕਸ਼ਨ। ਜਿਹੜਾ ਉਹ ਤੇਲੂ ਰਾਮ ਸੀਗਾ, ਮੈਨੂੰ ਨਹੀਂ ਪਤਾ ਵੀ ਇਹ ਹੋਇਆ ਕੀ ਨਹੀਂ ਹੋਇਆ, ਮੈਂ ਵੀ ਤੁਹਾਡੇ ਵਾਂਗ ਸੁਣਦਾ ਜੀ, ਬਟ ਐਟ ਦਾ ਸੇਮ ਟਾਈਮ ਤੇਲੂ ਰਾਮ ਪਹਿਲੇ ਦਿਨ ਹੀ ਕੋਰਟ ਦੇ ਵਿੱਚ ਕਹਿਣ ਲੱਗ ਪਿਆ ਵੀ ਮੈਂ ਤਾਂ ਅਸ਼ੂ ਨੂੰ ਜਾਣਦਾ ਹੀ ਨਹੀਂ। ਦੇਖੋ, DCs ਆਰ ਹੈਡ ਆਫ ਦੀ ਡਿਸਟ੍ਰਿਕਟਸ। ਜਿਹੜੇ ਟੈਂਡਰ ਹੁੰਦੇ ਆ, ਜਿਹੜੇ ਟਰਾਂਸਪੋਰਟ ਦੇ ਟੈਂਡਰ ਹੁੰਦੇ ਆ, ਅੱਛਾ, ਜਦੋਂ DCs ਹੈਡ ਆਫ ਦੀ ਟਰਾਂਸਪੋਰਟ ਦਾ ਤੁਹਾਡੀ ਗੱਲ ਮੈਂ ਫਿਰ ਜੋੜਦਾ, ਰਾਜਾ ਵੜਿੰਗ ਤੇ ਵੀ ਕਹਿਣ ਲੱਗ ਪਏ ਨੇ ਜਦੋਂ ਇਹ ਪ੍ਰੋਬਲਮ ਸ਼ੁਰੂ ਹੋਈਆਂ ਉਦੋਂ ਐਡਵਾਂਸ ਵਿੱਚ ਹੀ ਆਸ਼ੂ ਜੀ ਨੇ ਹਾਈ ਕੋਰਟ 'ਚ ਕਿਹਾ ਕਿ ਸਾਨੂੰ ਅਰੈਸਟ ਕਰਨ ਤੋਂ ਪਹਿਲੇ ਦੱਸਿਆ ਜਾਵੇ। ਮੁੱਕਦੀ ਗੱਲ ਇੱਥੇ ਤੁਸੀਂ ਇਹ ਦੱਸੋ, ਕਾਂਗਰਸ ਰਾਜ ਵਿੱਚ ਇੰਨਾ ਕੁਝ ਹੋ ਰਿਹਾ, IPS IAS ਅਫਸਰਾਂ ਨੂੰ, ਮੰਤਰੀਆਂ ਨੂੰ ਭ੍ਰਿਸ਼ਟਾਚਾਰ ਹੋਇਆ ਕਿ ਨਹੀਂ ਹੋਇਆ? ਕਾਂਗਰਸ ਦੀ ਸਰਕਾਰ ਸੀ। ਮੈਂ ਕਹਿੰਦਾ ਭ੍ਰਿਸ਼ਟਾਚਾਰ ਠੀਕ ਹੋਣਾ ਚਾਹੀਦਾ, ਇਹ ਭ੍ਰਿਸ਼ਟਾਚਾਰ ਹੋਇਆ ਯਾਰ। ਮੈਂ ਜਿਹੜੀ ਗੱਲ ਕਰਦਾ, ਮੇਰੇ ਕਹਿਣ ਨਾਲ ਜਾਂ ਨਾ ਕਹਿਣ ਨਾਲ, ਤੁਸੀਂ ਸਰਕਾਰ 'ਚ ਸੀਗੇ। ਸਰਕਾਰ ਅਜੇ ਸਮਝੇ ਨਹੀਂ। ਮੈਂ ਆਪਣੀ ਗਰੰਟੀ ਕਰ ਸਕਦਾ, ਮੈਂ ਕਿਸੇ ਡਿਪਾਰਟਮੈਂਟ 'ਚ ਕੀ ਹੋ ਰਿਹਾ, ਦਾ ਫਾਈਲਸ ਬਿਟਵੀਨ ਬਿਊਰੋਕ੍ਰੇਸੀ ਐਂਡ ਪੋਲੀਟੀਸ਼ੀਅਨ, ਮੈਂ ਕਿਹੜੀ ਕਿਸੇ ਦੀ ਫਾਈਲ ਨਹੀਂ। ਚਲੋ, ਇੱਕ ਟੀਮ ਵਰਕ ਸੀਗਾ, ਅਲੱਗ-ਅਲੱਗ ਡਿਪਾਰਟਮੈਂਟ ਅਲੱਗ ਬੰਦਿਆਂ ਨੇ ਦੇਖਣੇ ਆ। ਤੁਸੀਂ ਕਾਂਗਰਸ ਦਾ ਹਿੱਸਾ ਹੈਗੇ ਹੀ ਹੋ। ਮੈਂ ਕਾਂਗਰਸ ਦਾ ਹਿੱਸਾ ਹੈਗਾ, ਪਰ ਮੈਂ ਆਪਣੇ ਡਿਪਾਰਟਮੈਂਟ ਦੀ ਗੱਲ ਕਰ ਸਕਦਾ। ਮੈਂ ਆਪਣੇ ਸਮੇਂ ਦੀ ਜੋ ਮੈਂ ਸਾਈਨ ਕੀਤੇ ਉਹ ਮੈਂ ਕਰ ਸਕਦਾ। ਇਹ ਜਿਹੜੇ ਪਰਚੇ ਹੋ ਰਹੇ ਨੇ, IAS IPS ਅਫਸਰ ਫੜੇ ਜਾ ਰਹੇ ਨੇ, ਆਸ਼ੂ ਜੀ ਨੂੰ ਗ੍ਰਿਫਤਾਰ ਕੀਤਾ, ਧਰਮਸੋਤ ਜੀ ਜ਼ਮਾਨਤ ਤੇ ਬਾਹਰ ਆਏ ਨੇ, ਜਾਂ ਹੋਰ ਜਿਹੜੇ ਹੁਣ ਹੋਰ ਲੋਕਾਂ ਨੂੰ ਪਕੜਨ ਦੀ ਕੋਸ਼ਿਸ਼ ਕਰ ਰਹੇ ਨੇ, ਤੁਸੀਂ ਆਪਣੀ ਟੀਮ ਨੂੰ ਕੁਝ ਕਹਿਣਾ ਚਾਹੋਗੇ ਵੀ ਕਾਂਗਰਸ 'ਚ ਕੀ ਹੋ ਗਿਆ? ਇਹ ਨਹੀਂ ਸੀ ਹੋਣਾ ਚਾਹੀਦਾ। ਨਹੀਂ ਸਮਝ ਨਹੀਂ ਆ। ਦੇਖੋ, ਮੈਂ ਕਹਿੰਦਾ ਤੁਸੀਂ ਸਭ ਤੋਂ ਆਪਾਂ ਵੱਡਾ ਤਾਂ ਆਸ਼ੂ ਨੂੰ ਗਿਣਦੇ ਆ, ਤੁਸੀਂ ਵੀ ਧਰਮਸੋਤ ਸੀਗਾ, ਆਸ਼ੂ ਦਾ ਵੀ ਸੀਗਾ। ਨਹੀਂ, ਪਰ ਮੇਰੇ ਕਹਿਣ ਦਾ ਮਤਲਬ ਕਿ ਜਿੱਦਣ ਕਨਵਿਕਟ ਹੋ ਗਏ ਉਦੋਂ ਮੈਨੂੰ ਦੱਸ ਦਿਓ। ਬਾਦਲਾਂ ਤੇ ਕੇਸ ਹੋਏ ਸੀ, ਕੈਪਟਨ ਅਮਰਿੰਦਰ ਸਿੰਘ ਤੇ ਹੋਇਆ ਸੀ, ਫਿਰ ਕੀ ਹੋਇਆ ਸੀ? ਤੁਸੀਂ ਕਹਿਣਾ ਕੀ ਚਾਹੁੰਦੇ ਹੋ, ਜਿਹੜੇ ਪੋਲੀਟੀਸ਼ੀਅਨ ਹੈ ਇਹਨਾਂ ਉੱਤੇ ਅਗਰ ਕੋਈ ਐਲੀਗੇਸ਼ਨ ਲੱਗ ਜਾਂਦਾ ਹੈ, ਇਹ ਕਿਸੇ ਸਿੱਟੇ ਤੇ ਨਹੀਂ ਪਹੁੰਚਦਾ? ਮੈਂ ਕਹਿੰਦਾ ਸਿੱਟੇ ਤੇ ਪਹੁੰਚਣਾ ਚਾਹੀਦਾ। ਪੰਜਾਬ 'ਚ ਕੋਈ ਐਸਾ ਬੰਦਾ ਹੈਗਾ ਜਿਹੜਾ ਇਸ ਨੂੰ ਸਿੱਟੇ ਤੇ ਪਹੁੰਚਾ ਸਕੇ? ਤੁਹਾਡੀ ਨਜ਼ਰ 'ਚ ਕੋਈ ਹੈ ਬੰਦਾ ਐਸਾ? ਮੈਨੂੰ ਇਸ ਸਰਕਾਰ ਦੇ ਵਿੱਚ ਤਾਂ ਬਿਲਕੁਲ ਜਾਣ ਲੱਗਦੀ ਹੈ। ਉਹਦਾ ਕਾਰਨ ਇਹ ਆ ਕਿਉਂਕਿ ਜਿਹੜੀ ਸਿਰਫ ਸਰਕਾਰ ਸੋਸ਼ਲ ਮੀਡੀਆ ਦੇ ਸਹਾਰੇ ਚੱਲਦੀ ਆ, ਕੰਮ ਘੱਟ ਤੇ ਪਬਲਿਸਿਟੀ ਜ਼ਿਆਦਾ। ਇਹ ਤਾਂ ਕੇਜਰੀਵਾਲ ਉੱਤੇ ਵੀ ਐਲੀਗੇਸ਼ਨ ਹੈ ਪਿਛਲੇ 15 ਸਾਲ। ਫਿਰ ਤੁਸੀਂ ਇੱਕ 6 ਮਹੀਨਿਆਂ ਦਾ ਪਿਛਲਾ ਰਿਕਾਰਡ ਕਢਾ ਕੇ ਦੇਖ ਲਓ, ਕਿੰਨੀ ਪਬਲਿਸਿਟੀ ਲਈ ਪੈਸਾ ਪੁਰਾਣੀਆਂ ਸਰਕਾਰਾਂ ਨੇ ਖਰਚਿਆ ਤੇ ਕਿੰਨਾ ਇਸ ਸਰਕਾਰ ਨੇ ਖਰਚਿਆ। ਤੁਸੀਂ ਟਵੀਟ ਬਹੁਤ ਕਰਦੇ ਹੋ, ਕੇਜਰੀਵਾਲ ਦੇ ਰੀਟਵੀਟ ਬਹੁਤ ਕਰਦੇ ਵੀ ਇਹਨਾਂ ਨੇ ਆਹ ਕੀਤਾ, ਦੇਖੋ ਇਹ ਗਲਤ ਹੈਗਾ ਵਾ। ਸਕੂਲਾਂ ਨੂੰ ਲੈ ਕੇ ਤੁਸੀਂ ਬਹੁਤ ਕੀਤਾ ਵਾ। ਮੈਂ ਕਰਦਾ। ਤੁਸੀਂ ਕਹਿਣਾ ਕੀ ਚਾਹੁੰਦੇ ਹੋ ਵੀ ਐਜੂਕੇਸ਼ਨ ਲਈ ਇਹ ਬੱਚੇ ਜਿਹੜੀ ਸਰਕਾਰ ਹੈ ਇਹ ਸੀਰੀਅਸ ਨਹੀਂ ਹੈਗੀ? ਯਾਰ ਗੱਲ ਸੁਣੋ, ਇਹ ਤਾਂ ਹੁਣ ਨਹੀਂ ਕਰਨ ਨੂੰ ਤਿਆਰ। ਪੰਜਾਬ 2017 ਚ, 2021 ਚ, 2022 ਚ ਜਿਹੜੀ ਗਵਰਨਮੈਂਟ ਆਫ ਇੰਡੀਆ ਸਰਵੇ ਕਰਦੀ ਹੈ, ਜੇ ਪੰਜਾਬ ਉਹਦੇ 'ਚ ਫਸਟ ਆ ਗਿਆ, ਇਹ ਹੁਣ ਤਾਂ ਕਰ ਲੈਣ, ਕਿਉਂਕਿ ਇਹਨਾਂ ਦਾ ਮਾਡਲ ਫੇਲ ਹੋ ਜਾਂਦਾ ਨਹੀਂ। ਪਰ ਜਿਹੜਾ ਇੱਕ ਪਾਸੇ 1052 ਸਕੂਲ ਆ, ਇੱਕ ਪਾਸੇ 20000 ਸਕੂਲ ਆ। ਤੁਸੀਂ ਕਿਤੇ ਦੇਖੋ, ਕੰਪੈਰੀਜ਼ਨ ਕਾਹਦੇ ਨਾਲ ਹੁੰਦਾ? ਮੇਰੇ ਕੋਲ ਵੀ 10 ਚੀਜ਼ਾਂ, ਤੁਹਾਡੇ ਕੋਲ ਵੀ 10 ਚੀਜ਼ਾਂ, ਉਹ ਕੰਪੈਰੀਜ਼ਨ ਹੋ ਸਕਦਾ। ਇੱਕ ਬਾਰਡਰ ਸਟੇਟ ਹੈ। ਅੱਛਾ, ਮੈਂ ਨਹੀਂ ਕਹਿੰਦਾ ਇਹਦੇ 'ਚ ਹੋਰ ਇੰਪਰੂਵਮੈਂਟ ਦੀ ਜ਼ਰੂਰਤ ਨਹੀਂ ਹੈ, ਲੇਕਿਨ ਜਿਹੜਾ ਕਿਤੇ ਨੈਸ਼ਨਲ ਸਰਵੇ ਹੁੰਦਾ ਉਹਨੂੰ ਹੁਣ ਤਾਂ ਕਰ ਲਓ ਯਾਰ। ਸਾਡੇ ਬੱਚਿਆਂ ਦੀ ਮਿਹਨਤ ਆ, ਸਾਡੇ ਟੀਚਰਸ ਦੀ ਮਿਹਨਤ ਆ, ਸਾਡੇ ਪਿੰਡਾਂ ਦੀਆਂ ਪੰਚਾਇਤਾਂ ਦੀ ਮਿਹਨਤ ਆ, ਸਾਡੇ NRIs ਨੇ ਸਪੈਂਡ ਕੀਤੇ ਪੈਸੇ, ਸਾਡੇ ਜਿਹੜਾ ਗਵਰਨਮੈਂਟ ਦਾ ਸਟਾਫ ਹੈ ਉਹਦੀ ਮਿਹਨਤ ਹੈਗੀ ਆ ਯਾਰ, ਉਹਨੂੰ ਹੁਣ ਤਾਂ ਕਰ ਲਓ। ਹੁਣ ਕਾਹਤੋਂ ਨਹੀਂ ਕਰਦੇ? ਪੰਜਾਬ ਜਿਹੜੀਆਂ ਤੁਸੀਂ ਕਮੀਆਂ ਗਿਣਾ ਰਹੇ ਹੋ, ਭਗਵੰਤ ਮਾਨ ਜੀ ਨੂੰ ਮਿਲੋਗੇ ਜਾ ਕੇ ਇਸ ਚੀਜ਼ ਨੂੰ ਕਰਵਾਉਣ ਲਈ? ਚਾਹੇ ਤੁਸੀਂ ਐਕਸ ਐਜੂਕੇਸ਼ਨ ਮਿਨਿਸਟਰ ਹੈਗੇ ਹੋ। ਉਹ ਤਾਂ ਕੋਈ ਪ੍ਰੋਬਲਮ ਨਹੀਂ ਹੈ। ਮੈਂ ਤਾਂ ਦੇਖੋ ਇਹਨਾਂ ਨੂੰ ਕਿਹਾ ਸੀ ਜਿੰਨੀ ਕੁ ਮੈਨੂੰ ਸਮਝ ਆ ਐਜੂਕੇਸ਼ਨ ਦੀ, 3 ਮਹੀਨਿਆਂ 'ਚ ਆਈ। ਮੈਂ ਤਾਂ ਮੀਤ ਹੇਅਰ ਨੂੰ ਵੀ ਮਿਲਿਆ ਸੀ। ਮੈਂ ਕਿਹਾ ਸਪੋਰਟਸ ਚਲੋ ਮੇਰੀ ਬੈਕਗਰਾਊਂਡ ਹੈਗੀ ਆ, ਜੇ ਤੁਹਾਨੂੰ ਲੱਗੇ ਕਿਤੇ ਕਿ ਮੈਂ ਕੋਈ ਮਾੜੀ ਮੋਟੀ ਕੰਟਰੀਬਿਊਸ਼ਨ ਕਰ ਸਕਦਾ, ਆਈ ਐਮ ਰੈਡੀ ਟੂ ਡੂ। ਇਹ ਕੋਈ ਗੱਲ ਨਹੀਂ, ਇਹ ਪੰਜਾਬ ਹੈ ਯਾਰ। ਜੇ ਮੇਰੀ ਕਿਤੇ ਸਲਾਹ ਨਾਲ ਕੋਈ ਚੰਗੀ ਚੀਜ਼ ਹੋ ਸਕਦੀ ਆ, ਜੇ ਹੋ ਸਕਦਾ ਮੇਰਾ ਜਿੰਨਾ ਮਾੜਾ ਮੋਟਾ ਤਜਰਬਾ ਹੈਗਾ ਤੇ ਉਹਦੇ ਨਾਲ ਕੋਈ ਚੰਗੀ ਚੀਜ਼ ਹੋ ਸਕਦੀ, ਆਈ ਵਿਲ ਬੀ ਹੈਪੀ। ਮਤਲਬ ਅਗਰ ਮੀਤ ਹੇਅਰ ਸਲਾਹ ਮੰਗਣ
ਤੁਹਾਨੂੰ ਉਹਨਾਂ ਨੂੰ ਦੇਣ 'ਚ ਕੋਈ ਰੌਲਾ ਕੋਈ ਨਹੀਂ, ਰੌਲਾ ਨਹੀਂ। ਫਿਰ ਦੋਸਤੀ ਵੀ ਹੋ ਜਾਂਦੀ ਹੈ ਕੋਈ ਜੇ ਰੌਲਾ ਤੁਹਾਡੀ ਸਲਾਹ ਮੰਨ ਲੈਂਦੇ ਹੋ, ਯਾਰ ਦੋਸਤੀ ਕੋਈ ਫਿਰ ਦੁਸ਼ਮਣ ਪਾਰਟੀ ਵੀ ਰਲ ਜਾਂਦੀ ਹੈ। ਇਦਾਂ ਨਹੀਂ ਹੁੰਦਾ। ਇਦਾਂ ਹੀ ਹੁੰਦਾ ਏਦਾਂ ਨਹੀਂ। ਕਿਉਂਕਿ ਤੁਸੀਂ ਆਪੇ ਤਾਂ ਕਿਹਾ ਕੰਮ ਕਰਦੇ ਕਰਦੇ ਇਕੱਠੇ ਦੋਸਤੀ ਹੋ ਜਾਂਦੀ ਹੈ। ਇਹ ਹੋ ਜਾਂਦੀ ਆ। ਮੈਂ ਯਾਰ ਗੱਲ ਸੁਣੋ, ਮੇਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਹੀਂ ਬਣਦੀ ਸੀ, ਕੋਈ ਮੈਂ ਉਹਦਾ ਦੁਸ਼ਮਣ ਹੋ ਗਿਆ? ਮੇਰੀ ਡਿਫਰੈਂਸ ਆਫ ਓਪੀਨੀਅਨ ਹੈ। ਤੁਸੀਂ ਰੋਜ਼ 20 ਬੰਦਿਆਂ ਦੀ ਇੰਟਰਵਿਊ ਕਰਦੇ ਹੋਵੋਗੇ ਤੇ ਤੁਸੀਂ ਦੁਸ਼ਮਣ ਹੋ ਜਾਂਦੇ ਆ। ਤੁਸੀਂ ਸਾਨੂੰ ਤਿੱਖੇ ਸਵਾਲ ਪੁੱਛਦੇ ਹੀ ਆ ਕਿ ਨਹੀਂ ਪੁੱਛਦੇ, ਤੇ ਫਿਰ ਆਪਣੀ ਅੱਜ ਤੋਂ ਬਾਅਦ ਦੁਸ਼ਮਣੀ ਹੋ ਜਾਣੀ ਹੈ। ਤੇ ਫਿਰ ਇਦਾਂ ਨਹੀਂ ਹੁੰਦਾ। ਦੇਖੋ ਗੱਲ ਜਿਹੜੀ ਠੀਕ ਆ ਆਪਾਂ ਉਹਨੂੰ ਠੀਕ ਕਹੀਏ। ਸਾਢੇ 10 ਸਾਲ ਤੋਂ ਤੁਸੀਂ ਐਮਐਲਏ ਹੈਗੇ ਹੋ, ਕੁਝ ਐਸੇ ਕੰਮ ਗਿਣਾ ਦਿਓ ਜਿਹਨਾਂ ਪਬਲਿਕ ਨੂੰ ਰਾਹਤ ਮਿਲੀ ਹੋਵੇ, ਕਿਉਂਕਿ ਤੁਸੀਂ ਕੁਝ ਵੀ ਕਰੋ ਉਹਦਾ ਇਫੈਕਟ, ਉਹਦਾ ਕੰਮ, ਉਹਦਾ ਤਰੀਕਾ ਪਬਲਿਕ ਤੱਕ ਪਹੁੰਚਣਾ ਚਾਹੀਦਾ। ਕੁਝ ਐਸੀਆਂ ਚੀਜ਼ਾਂ ਜਿਹਦੇ ਨਾਲ ਪਬਲਿਕ ਨੂੰ ਏਰੀਆ ਇਲਾਕੇ ਨੂੰ ਬੈਨੀਫਿਟ ਮਿਲਿਆ ਹੋਵੇ। ਆ 120 ਫੁੱਟ ਰੋਡ ਬਹੁਤ ਟਾਈਮ ਖਰਾਬ ਹੋ ਗਿਆ, ਜ਼ਰੂਰਤ ਤੋਂ ਵੀ ਜ਼ਿਆਦਾ। ਯਾਰ ਹੁਣ ਟਾਈਮ ਤੋਂ ਕਿਉਂਕਿ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਕਿ ਤੁਹਾਡੇ ਆ ਗੰਦਾ ਨਾਲਾ ਦੱਬ ਕੇ 70 ਕਰੋੜ ਦਾ ਬਾਹਰ ਜਾ ਰਿਹਾ। ਮੈਕਡੋਨਲਡ ਰੋਡ, ਮੈਂ ਮੋਟੀਆਂ ਜਿਹੀਆਂ ਗੱਲ, ਆ ਅੰਡਰਪਾਸ, ਆ ਜਿਹੜਾ ਰੇਲਵੇ ਦੇ ਅੰਡਰਪਾਸ ਹੈਗਾ ਇੱਥੇ ਅਰਬਨ ਸਟੇਟ ਫੇਜ਼ 1 ਤੇ ਫੇਜ਼ 2 ਵਾਲਾ 10 ਕਰੋੜ ਰੁਪਈਆ, ਇਹ ਹਜੇ ਸ਼ੁਰੂ ਨਹੀਂ ਹੋਇਆ। ਇਹ ਬੇਸਿਕਲੀ ਪੈਸੇ ਜਮ੍ਹਾਂ ਹੋਏ ਆ। ਸਿਰਫ ਇਹਨਾਂ ਨੇ ਇਹ ਜਿਹੜੀ ਲੈਂਡ ਆ ਇਹਨੂੰ ਹੈਂਡ ਓਵਰ ਕਰਨੀ ਹੈਗੀ ਰੇਲਵੇ ਨੂੰ। ਉਹਨਾਂ ਨੇ ਟੈਂਡਰ ਵੀ ਲਾਤੇ, ਈਵਨ ਕਿ ਠੇਕੇਦਾਰ ਵੀ 2 ਵਾਰੀ ਗੇੜਾ ਮਾਰ ਗਏ। ਇਹ ਸਾਡੀ ਕਾਰਪੋਰੇਸ਼ਨ ਦੀ ਇਹ ਕਾਰਗੁਜ਼ਾਰੀ ਹੈ ਕਿ ਜਿਹੜੀ ਜਗ੍ਹਾ ਵੀ ਆ ਹੈਂਡ ਓਵਰ ਨਹੀਂ ਕਰਨੀ। 11 ਪਿੰਡ ਸ਼ਹਿਰ 'ਚ ਜਾਂਦੇ ਉਹਦੇ 'ਚ 70 ਕਰੋੜ ਦਾ ਸੀਵਰ ਤੇ ਪਾਣੀ ਦਾ ਸਿਸਟਮ ਹੈ ਤਾਂ ਕਿ ਉਹਨਾਂ ਲੋਕਾਂ ਨੂੰ ਰਾਹਤ ਮਿਲ ਸਕੇ। ਕਿ ਮੈਨੂੰ ਲੱਗਦਾ ਨਹੀਂ ਕੋਈ ਜਿਹੜੀ, ਕਿਉਂਕਿ ਹੁਣ ਆ ਜਿਹੜੀ ਵਾਟਰ ਸਰਫੇਸ ਹੈ ਜਿਹੜਾ ਆ ਰਿਹਾ ਉਹ ਵੀ ਇੱਕ ਮੇਜਰ ਪ੍ਰੋਜੈਕਟ ਹੈਗਾ ਜਿਹਦੇ ਨਾਲ ਜਿਹੜੀ ਜਲੰਧਰ ਦੇ ਜਿਹੜਾ ਪਾਣੀ ਦਾ ਸਿਸਟਮ ਹੈ ਉਹਦੀ ਬਿਹਤਰੀ ਹੋਊਗੀ। ਮੇਰੇ ਆਖਰੀ 2 ਛੋਟੇ ਸਵਾਲ ਨੇ। ਇਨੋਸੈਂਟ ਹਾਰਟ ਸਕੂਲ ਦੇ ਕੋਲ ਪੈਟਰੋਲ ਪੰਪ ਦੇ ਸਾਹਮਣੇ ਇੱਕ ਨੀਂਹ ਪੱਥਰ ਲੱਗਾ, ਤੁਹਾਡਾ ਨਾਮ ਲਿਖਿਆ। ਕਾਉਂਸਲਰ ਹੈਗਾ ਉਹ ਸਾਈਕਲ ਰਿਸ਼ੀਨਗਰ ਦਾ, ਤੇ ਗ੍ਰੀਨ ਮਾਰਟ ਉਂਝ ਮੂਰਤ ਹੋ ਰਿਹਾ ਉੱਥੇ, ਨਾਲ ਉਹਨਾਂ ਦੀ ਜ਼ਮੀਨ ਲੱਗਦੀ। ਬੜੇ ਵਿਵਾਦਾਂ 'ਚ ਹੈਗੀ ਇਹ ਗੱਲ। ਇਸ ਗੱਲ ਨੂੰ ਲੈ ਕੇ ਇੱਕ ਪੈਟਰੋਲ ਪੰਪ ਦੇ ਮਾਲਕ ਨੇ ਮੀਡੀਆ ਨੂੰ ਚੈਲੰਜ ਕਰਤਾ ਸੀ। ਤੁਹਾਡੀ ਨੌਲੇਜ 'ਚ ਇਹ ਚੀਜ਼ ਹੈ? ਕਿਉਂਕਿ ਰੋਹਨ ਸਾਗਰ ਰਿਸ਼ੀਨਗਰ ਦੇ ਸਾਈਡ ਦੇ ਕਾਉਂਸਲਰ ਨੇ ਗ੍ਰੀਨ ਮਾਰਟ ਉਂਝ ਉਹਨਾਂ ਨੇ ਪੱਥਰ ਲੱਗਾ ਹੋਇਆ ਉਹਨਾਂ ਦਾ, ਅੱਜ ਵੀ ਉੱਥੇ ਅਵੇਲੇਬਲ ਹੈਗਾ, ਤੁਹਾਡਾ ਨਾਮ ਲਿਖਿਆ ਹੋਇਆ, ਤੁਹਾਡੇ ਵੱਲੋਂ ਮੂਰਤ ਕੀਤਾ ਗਿਆ। ਇੱਕ ਗੱਲ ਹੈ, ਇਹ ਤਾਂ ਕਾਰਪੋਰੇਸ਼ਨ ਨੂੰ ਚਾਹੀਦਾ ਜਿੱਥੇ ਜੋ ਐਗਜ਼ੈਕਟਲੀ ਹੈਗਾ ਉਹ ਕਰੇ। ਰੋਹਨ ਸਾਗਰ ਦੇ ਕੋਈ ਐਕਸ਼ਨ ਹੀ ਨਹੀਂ ਹੋਇਆ, ਉਹਦੇ ਉੱਤੇ ਐਕਸ਼ਨ ਹੀ ਨਹੀਂ ਹੋਇਆ ਜਿੱਥੇ ਹੋਣਾ ਚਾਹੀਦਾ ਸੀਗਾ। ਅੱਜ ਹੋ ਜਾਣਾ ਚਾਹੀਦਾ। ਅੱਜ ਉਸ ਪਾਰਟੀ ਚਲਾ ਗਿਆ ਹੋਇਆ। ਨਹੀਂ ਤਾਂ ਫਿਰ ਮੇਰੇ ਕਹਿਣ ਦਾ ਮਤਲਬ, ਮੈਨੂੰ ਤਾਂ ਅੱਜ ਤੁਸੀਂ ਪਹਿਲੀ ਵਾਰੀ ਇਹ ਗੱਲ ਦੱਸ ਰਹੇ ਹੋ ਕਿ ਆਹ ਹੋਇਆ ਹੈਗਾ, ਬਟ ਮੇਰੀ ਤਾਂ ਨੌਲੇਜ ਵੀ ਨਹੀਂ, ਕਿਸੇ ਨੇ ਮੇਰੀ ਨੌਲੇਜ ਵੀ ਨਹੀਂ ਦਿੱਤੀ। ਇਹਦੇ ਬਾਰੇ ਖਬਰਾਂ ਵੀ ਲੱਗੀਆਂ ਸੀ। ਦੇਖੋ ਖਬਰਾਂ ਹੋ ਸਕਦਾ ਲੱਗੀਆਂ ਹੋਣ, ਮੈਂ ਹੋ ਸਕਦਾ ਕਿਤੇ ਪੜ੍ਹ ਨਾ ਸਕਿਆ ਹੋਵਾਂ। ਚਲੋ ਆਖਰੀ ਇੱਕ ਸਵਾਲ ਹੈ ਤੁਹਾਡੇ ਨਾਲ, ਪ੍ਰਗਟ ਸਿੰਘ ਤੋਂ ਲੋਕ ਕੀ ਆਸ ਰੱਖਣ? ਆਉਣ ਵਾਲਾ ਸਮਾਂ ਬਹੁਤ ਜ਼ਰੂਰੀ ਹੈ, ਤੁਹਾਡਾ ਇਹ ਜਿਹੜਾ ਬਿਆਨ ਪਬਲਿਕ ਜਾਣਨਾ ਚਾਹੁੰਦੀ ਹੈ। ਦੇਖੋ ਲੋਕੀ ਕੰਮ ਨਾਲ ਜੁੜੇ ਹੋਏ ਆ, ਚੰਮ ਨਾਲ ਨਹੀਂ ਜੁੜੇ। ਸੋ ਸਾਨੂੰ ਕੰਮ, ਦੇਖੋ ਹੁਣ ਕੀ ਆ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਕਾਰਪੋਰੇਸ਼ਨ ਆ ਬਿਲਕੁਲ ਕੰਮ ਕਰਨ ਨੂੰ ਤਿਆਰ ਹੀ। ਆਈ ਫੀਲ ਟੂ ਅੰਡਰਸਟੈਂਡ। ਮੈਂ ਇਨਫੈਕਟ ਇੱਕ ਦਿਨ ਇਹ ਵੀ ਗੱਲ ਕਹੀ ਸੀ ਵੀ ਯਾਰ ਤੁਸੀਂ ਆਮ ਆਦਮੀ ਪਾਰਟੀ ਨੂੰ ਇਹਦਾ ਕ੍ਰੈਡਿਟ ਦੇ ਦਿਓ, ਕੰਮ ਤਾਂ ਕਰੋ। ਜੇ ਲੋਕੀ ਗੰਦਾ ਪਾਣੀ ਪੀ ਰਹੇ ਆ, ਜੇ ਲੋਕਾਂ ਦਾ ਸੀਵਰੇਜ ਚੋਕ ਹੋਇਆ, ਪਰ 10 ਸਾਲ ਤੁਸੀਂ ਐਮਐਲਏ ਰਹੇ ਹੋ, ਤੁਸੀਂ ਕੰਮ ਧੱਕੇ ਨਾਲ ਕਰਵਾਉਣਾ ਸੀ, ਤੁਹਾਡੀ ਜ਼ਿੰਮੇਵਾਰੀ ਹੈ। ਨਹੀਂ ਮੈਂ ਕਰਵਾਇਆ ਸਾਰਾ, ਪਰ ਫਿਰ ਵੀ ਅੱਜ ਪੋਜੀਸ਼ਨ ਉੱਥੇ ਤੁਸੀਂ ਆਪ ਹੀ ਕਹਿ ਰਹੇ ਹੋ ਗੰਦਾ ਪਾਣੀ ਪੀ ਰਹੇ ਆ। ਆਨਗੋਇੰਗ ਪ੍ਰੋਸੈਸ ਹੈ। ਹੁਣ ਸੀਵਰੇਜ ਤਾਂ ਕਦੀ ਵੀ ਚੋਕ ਹੋ ਸਕਦਾ, ਇਹ ਕੋਈ ਇਹ ਤਾਂ ਨਹੀਂ ਹੈ ਕਿ ਉਹ, ਪਰ ਅਗਰ ਕੰਮ ਚੰਗੇ ਢੰਗ ਨਾਲ ਕੀਤਾ ਹੋ ਜਾਵੇ, ਮੈਂ ਬੜੀ ਸਾਰੀ ਸੰਸਥਾਵਾਂ ਦਾ ਕੰਮ ਦੇਖਿਆ, ਇੱਕ ਵਾਰੀ ਕੰਮ ਹੁੰਦਾ 20 25 ਸਾਲ ਨਹੀਂ ਚੱਲਦਾ। ਸਾਡੇ ਕੋਲ ਐਗਜ਼ੈਕਟਿਵ ਪਾਵਰ ਨਹੀਂ ਹੈ। ਐਮਐਲਏ ਕੋਲ ਐਗਜ਼ੈਕਟਿਵ ਪਾਵਰ ਨਹੀਂ, ਵੀ ਹੈਵ ਓਨਲੀ ਜਿਹੜੀ ਲੈਜਿਸਲੇਸ਼ਨ ਹੈ। ਓਕੇ, ਜਿਹੜੀ ਬਿਊਰੋਕ੍ਰੇਸੀ ਆ ਉਹਨੂੰ ਪ੍ਰੋਪਰਲੀ ਕੰਮ ਕਰਨ ਦੀ ਜ਼ਰੂਰਤ ਹੈ। ਇਹਨਾਂ ਤੇ ਨਕੇਲ ਕੱਸਣ ਦੀ ਗੱਲ ਬੜੇ ਚਿਰ ਤੋਂ ਕਹਿੰਦੇ ਆ ਰਹੇ ਹੋ। ਬੜੀ ਗੱਲ ਸਿੱਧੀ ਤੇ ਸਪਸ਼ਟ ਜੀ ਹੈਗੀ ਆ, ਜਿਹੜੀ ਬਿਊਰੋਕ੍ਰੇਸੀ ਚੰਡੀਗੜ੍ਹ ਬੈਠੀ ਆ, ਜਿਹੜੀ ਬਿਊਰੋਕ੍ਰੇਸੀ ਐਗਜ਼ੀਕਿਊਟ ਕਰਦੀ ਆ, ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਇਹਨੂੰ ਦਰੁਸਤ ਕਰਨ ਦੀ ਜ਼ਰੂਰਤ ਹੈ। ਇਹਦੇ ਕਰਕੇ ਹੀ ਪੋਲੀਟੀਸ਼ੀਅਨ ਬਦਨਾਮ ਹੁੰਦਾ, ਨਹੀਂ ਤਾਂ ਪੋਲੀਟੀਸ਼ੀਅਨ ਬਦਨਾਮ ਕਿਉਂ ਹੋਵੇ ਜੇ ਐਗਜ਼ੈਕਟਿਵ ਆਪਣੀ ਠੀਕ ਕੰਮ ਕਰਨ। ਮੈਂ ਕਹਿੰਦਾ ਮੇਰੇ ਕਹੇ ਕੋਈ ਐਸਐਚਓ ਵੀ ਨਹੀਂ ਲੱਗਣਾ ਚਾਹੀਦਾ, ਪੁਲਿਸ ਠੀਕ ਕੰਮ ਕਰੇ, ਲੋਕਾਂ ਨੂੰ ਰਾਹਤ ਦੇਵੇ, ਮੈਂ ਉਹਦੇ ਚੋਂ ਕੀ। ਪਰ ਐਮਐਲਏ ਦੇ ਫੋਨ ਤੇ ਜਾਂਦੇ ਆ, ਹਰ ਥਾਣੇ 'ਚ ਜਾਂਦੇ ਆ, ਮਿਨਿਸਟਰ ਹੁੰਦੇ ਵੀ ਜਾਂਦੇ ਆ। ਹਾਂ, ਕਰਨੇ ਪੇਸ਼ ਕਰਕੇ ਪੈਂਦੇ ਆ। ਤੁਹਾਡੇ ਵੀ ਜਾਂਦੇ ਰਹੇ ਹੋਣਗੇ ਫੋਨ? ਬਿਲਕੁਲ, ਹੁਣ ਵੀ ਕਰਦਾ ਮੈਂ ਕਿਉਂ ਨਹੀਂ ਕਰਦਾ। ਲੋਕਾਂ ਨੂੰ ਬੇਸਿਕਲੀ ਜਸਟਿਸ ਮਿਲਣਾ ਚਾਹੀਦਾ, ਲੋਕਾਂ ਨੂੰ ਜਸਟਿਸ ਮਿਲਣਾ ਚਾਹੀਦਾ। ਮੈਂ ਕਦੀ ਇਹ ਤਾਂ ਕਿਹਾ ਹੀ ਨਹੀਂ ਹੈ। ਮੈਂ ਕਹਿੰਦਾ ਹੁੰਦਾ ਯਾਰ ਆ ਬੰਦਾ, ਇਹਦੀ ਗੱਲ ਸੁਣ ਲਓ,
ਤੁਹਾਨੂੰ ਇਹਦੇ 'ਚ ਲੌਜੀਕ ਲੱਗੋ। ਪਹਿਲਾਂ ਤਾਂ ਮੈਂ ਆਪ ਉਹਨਾਂ ਦੀ ਗੱਲ ਸੁਣਦਾ ਕਿ ਯਾਰ ਇਹਦੀ ਗੱਲ ਠੀਕ ਲੱਗਦੀ ਹੈ ਯਾਰ। ਆਪਾਂ ਨੂੰ ਲੱਗਦਾ ਵੀ ਸਾਰੀ ਪੁਲਿਸ ਬਹੁਤ ਚੰਗਾ ਕੰਮ ਕਰਦੀ ਹੈ, ਆਪਾਂ ਨੂੰ ਲੱਗਦਾ ਵੀ ਸਾਰੀ ਬਿਊਰੋਕ੍ਰੇਸੀ ਬਹੁਤ ਚੰਗਾ ਕੰਮ ਕਰਦੀ ਹੈ। ਅੱਛਾ, ਬੇਸਿਕਲੀ ਤੁਸੀਂ ਵੀ ਤੁਹਾਨੂੰ ਵੀ ਲੱਗਦਾ ਮੀਡੀਆ ਵੀ ਚੰਗਾ ਕੰਮ ਨਹੀਂ ਕਰਦੇ? ਪੋਲੀਟੀਸ਼ੀਅਨਾਂ ਦੁਆਲੇ ਹੋਏ ਰਹਿੰਦੇ ਆ। ਤੁਸੀਂ ਕਦੀ ਬਿਊਰੋਕਰੈਟ ਨੂੰ ਪੁੱਛਿਆ? ਬਿਲਕੁਲ ਪੁੱਛਿਆ। ਬਿਊਰੋਕਰੈਟ ਗੱਲ ਸੁਣੋ, ਮੈਂ ਜ਼ਰੂਰ ਆਹ ਜਿਹੜੇ ਪੁੱਛਣਾ ਟੈਂਡਰ ਆ ਜੀ, ਆਹ ਜਿਹੜੇ ਆਸ਼ੂ ਦੇ ਟੈਂਡਰ ਹੋਏ ਆ, ਮੇਰੇ ਕਹਿਣ ਦਾ ਮਤਲਬ ਆ ਮੇਰੇ ਡਿਪਾਰਟਮੈਂਟ 'ਚ ਕੋਈ ਟੈਂਡਰ ਹੋਣਾ ਹੋਵੇ ਤਾਂ ਜੋ ਮੈਂ ਤੁਹਾਨੂੰ ਆਪਣੀ ਇੱਕ ਗੱਲ ਸੁਣਾ ਦਿੰਦਾ। ਆਈ ਵਾਜ ਡਾਇਰੈਕਟਰ ਸਪੋਰਟਸ, ਮੇਰਾ ਮਿਨਿਸਟਰ ਤੇ ਮੇਰਾ ਸੈਕਟਰੀ ਉਹ ਐਸਟ੍ਰੋਟਰਫ ਨਹੀਂ ਸੀ ਲਾਉਣੀ ਚਾਹੁੰਦੇ ਜਿਹੜੀ ਜੈਨੂਇਨ ਐਸਟ੍ਰੋਟਰਫ ਸੀ। ਉਹ ਕਦੀ ਫਾਈਲ ਨੂੰ ਐ ਘੁਮਾ ਦੇਣ, ਕਦੀ ਐ ਨੂੰ ਘੁਮਾ ਦੇਣ। ਮੈਂ ਉਹਦੇ ਤੇ 1.5 ਪੇਜ ਦਾ ਨੋਟ ਲਿਖਿਆ ਕਿ ਹਾਇਰਾਰਕੀ ਦੇ ਵਿੱਚ ਭਾਵੇਂ ਮੈਂ ਤੀਸਰੇ ਨੰਬਰ ਤੇ ਹਾਂ, ਬਟ ਆਈ ਪਲੇਡ 3 ਓਲੰਪਿਕਸ, ਮੇਰੇ ਆਹ ਕ੍ਰੈਡੈਂਸ਼ੀਅਲਸ ਹੈਗੇ ਆ, ਇਹਦੀ ਆਹ ਹੋਣੀ ਚਾਹੀਦੀ ਆ, ਐਂਡ ਫਾਈਲ ਮੇ ਬੀ ਸੈਂਟ ਟੂ ਦਾ ਚੀਫ ਮਿਨਿਸਟਰ ਥਰੂ ਚੀਫ ਸੈਕਟਰੀ। ਮੈਂ ਭੇਜੀ ਫਾਈਲ ਤੇ ਉਹਦੇ ਤੇ ਕੰਵਰ ਸੰਧੂ ਜਿਹੜੇ ਪੱਤਰਕਾਰ ਵੀ ਸੀ, ਐਮਐਲਏ ਵੀ ਹੈਗੇ ਆ, ਐਮਐਲਏ ਵੀ ਸੀਗੇ, ਉਹਨਾਂ ਦੀ ਚੇਅਰਮੈਨਸ਼ਿਪ ਥੱਲੇ ਕਮੇਟੀ ਬਣੀ। ਔਰ ਜੋ ਮੈਂ ਕਿਹਾ ਸੀਗਾ ਓਲੰਪੀਅਨਸ ਕੁਛ ਉਹਦੇ 'ਚ, ਕਿਉਂਕਿ ਫਿਰ ਬਿਊਰੋਕਰੈਟ ਫਾਈਲ ਤੇ ਲਿਖੇ। ਜਦੋਂ ਮੈਂ ਫਾਈਲ ਤੇ 1.5 ਪੇਜ ਦਾ ਨੋਟ ਲਿਖਿਆ, ਉਹ ਸੈਕਟਰੀ ਦੀ ਤਾਂ ਮੰਤਰੀ ਦੀ ਜ਼ਰੂਰਤ ਨਹੀਂ ਹੋਈ ਵੀ ਉਹਦੇ ਤੇ ਕੋਈ ਗਲਤ ਕੰਮ ਕਰਦਾ। ਅੱਛਾ, ਜੇ ਮੈਂ ਵੀ ਰਲ ਜਾਂਦਾ ਤਾਂ ਫਿਰ ਹੋ ਜਾਣਾ ਸੀ। ਪ੍ਰਗਟ ਸਿੰਘ, ਮੀਡੀਆ ਨੂੰ ਮੈਨੇਜ ਬਹੁਤ ਜ਼ਬਰਦਸਤ ਤਰੀਕੇ ਨਾਲ ਕਰਦੇ ਆ। ਇਲੈਕਸ਼ਨ 'ਚ ਫੋਨ ਤੇ ਬੁਲਾ ਕੇ ਪ੍ਰੈਸ ਕਾਨਫਰੰਸ ਕੀਤੀ, ਟੋਟਲ ਮੀਡੀਆ ਨੂੰ ਨਹੀਂ ਬੁਲਾਇਆ ਗਿਆ। ਲੋਕਲ ਚੈਨਲ ਨੂੰ ਤੁਸੀਂ ਆਪਣੀ ਗੱਲ ਨਹੀਂ ਕਹੀ ਜਾ ਕੇ, ਇੱਦਾਂ ਦੇ ਕੁਝ ਐਲੀਗੇਸ਼ਨ ਵੀ ਲੱਗੇ ਨੇ। ਪ੍ਰੈਸ ਕਾਨਫਰੰਸ ਬੁਲਾਉਂਦੇ ਹੋ, ਇਕੱਲੇ ਬੰਦੇ ਨੂੰ ਫੋਨ ਕਰਕੇ ਦੱਸਿਆ, ਟੋਟਲ ਮੀਡੀਆ ਨੂੰ ਤੁਸੀਂ ਨਹੀਂ ਬੁਲਾਇਆ, ਪਰ ਮੀਡੀਆ ਤੁਹਾਡੀ ਸਾਹਿਬਾਗੀ ਹੈ। ਇਹ ਐਲੀਗੇਸ਼ਨ ਮੈਂ ਤਾਂ ਜਵਾਬ ਤੁਹਾਡੇ ਕੋਲ ਨਹੀਂ ਲਵਾਂਗਾ। ਮੈਂ ਕੁਝ ਚੀਜ਼ਾਂ ਛੱਡ ਕੇ ਵੀ ਜਾ ਰਹੀਆਂ, ਅੱਗੇ ਮੁੜ ਕੇ ਵੀ ਆਪਾਂ ਮਿਲਣਾ ਹੈਗਾ ਵੈ। ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਦੋਸਤੋ। ਇਹ ਮੇਰੇ ਨਾਲ ਸੀ ਪ੍ਰਗਟ ਸਿੰਘ ਜੀ। ਮੇਰੇ ਬੜੇ ਹੀ ਤਿੱਖੇ ਸਵਾਲਾਂ ਦਾ ਜਵਾਬ ਇਹਨਾਂ ਨੇ ਬਾਕੀ ਨਾਲ ਦਿੱਤਾ ਹੈਗਾ ਵੈ। ਤੇ ਮੈਂ ਤੁਹਾਨੂੰ ਇਨਵਾਈਟ ਵੀ ਕਰਦਾ ਵਾਂ ਸਾਡੇ ਪੰਜਾਬੀ ਪ੍ਰੈਸ ਕਲੱਬ, ਤੁਸੀਂ ਆਓ, ਅਸੀਂ ਤੁਹਾਡਾ ਨਿੱਘੇ ਦਿਲ ਨਾਲ ਸਵਾਗਤ ਕਰਾਂਗੇ, ਕਿਉਂਕਿ ਸਵਾਲ ਹਲੇ ਖਤਮ ਨਹੀਂ ਹੋਏ। ਮੇਰੇ ਗੁਆਂਢੀ ਆ ਤੁਸੀਂ? ਮੇਰੇ ਗੁਆਂਢੀ ਹੈਗੇ ਨੇ, ਔਰ ਮੈਂ ਸਵੇਰ ਦੀ ਇਹਨਾਂ ਦੀ ਵੇਟ ਇੰਤਜ਼ਾਰ ਵੀ ਕੀਤੀ ਹੈ। ਸਵੇਰ ਦੀ ਨਹੀਂ, 8 ਮਹੀਨੇ ਇਹਨਾਂ ਦੀ ਇੰਤਜ਼ਾਰ ਕੀਤੀ ਹੈਗੀ ਹੈ। ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ। ਥੈਂਕ ਯੂ ਸਰ। ਨਿੱਘਾ ਸਵਾਗਤ ਕਰਾਂਗੇ, ਸਾਡੇ ਪ੍ਰੈਸ ਕਲੱਬ ਜ਼ਰੂਰ ਆਓ। ਡੈਫੀਨਿਟਲੀ। ਧੰਨਵਾਦ ਜੀ।